का खालसा वाहिगुरु जी की फतेह। दसा पातशाहियां दी आत्मक जोत श्री गुरु ग्रंथ साहिब जियां दी पावन हजूरी विच दिन दे पिछले पहर दियां घड़ियां नूं सफलियां बनाउण वास्ते आप जी इकत्र होए हो। तरस कीता सच्चे पातशाह जी ने सानू ये समा बख्शिश कीता है। आओ इस समय का पूर्ण आनंद प्राप्त करिए। साहिबां दे पावन जीवन चोजां दे विचों आप जी ने सुनिया सी नगर मानसियां दी चौधर छड्ड के भाई भगीरथ गुरु नानक साहब दी पावन हजूरी विच पहुंचे है। सतगुरां तो मंगिया महाराज तुहाडी चरण शरण चाहिदी है। सच्चे पातशाह जी आप नेता तत परखदे भी ने, प्रेम भी बड़ा करते हैं। भाई भगीरथ जी ने अपना आप गुरु नूं वेच दिता है। एक दिन सहज सुभाव भाई मरदाना जी सतगुरां नूं मिलण दे वास्ते आए ने। हाथ जोड़ अर्ज गुजारी साहिब जीओ तुहाडा बचन मन के मैं दर दर ते मंगना छड़ दिता। सिर्फ एक तुहाडे घर तो ही मंगदा हाँ जिस करके मेरा गुजारा ते ठीक ठाक चलदा है। पर घर दे विच धी दा विआह रखिया, खर्चा नहीं है। हालत ते हालात बड़े तरसयोग ने। कृपा करके मेरी मदद करो। इथों तक आप जी ने सारे प्रकरणों को सरवण किया है। आओ कुछ समा मन चित व्यक्तियों को एकाग्र चित बनाइए। पाओ प्रेम की सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। और चलत नेकी गुजराना तनिया ब्याहन खर्च महाना। जगत सतगुरु गुरु नानक साहब सच्चे पातशाह आम व्यक्तियों के वांग विचरदे आ, जिन्हां दी कोई विशेष पहचान नहीं लगती, बल्कि आम लोगों को भी गुरु साहब आम दिसदे आ देखण विच। पर प्रेम वाली अख उन्होंने पछाण लैंदी है। भाई बाला जी के समेत भाई मरदाना सतगुरां दे पास बैठे आ। नगर दी पिंड दी सुख सांद गुरु साहब ने पुछी है ते भाई मरदाना जी ने दसी है। हुण अपना मोटिव प्रयोजन भाई मरदाना दस रहे आ, महाराज तुहाडा हुक्म होया सी मैं दर दर तो मंगना छड़दा, मरासी सन। हुण एक तुहाडे घर ते मेरा सहारा है,
ਆਪ ਜੀ ਦੀ ਕਿਰਪਾ ਦੇ ਨਾਲ ਗੁਜ਼ਾਰਾ ਤੇ ਠੀਕ ਠੀਕ ਚੱਲਦਾ ਹੈ, ਕੋਈ ਬਹੁਤਾ ਵਧੀਆ ਨਹੀਂ, ਠੀਕ ਠੀਕ। ਪਰ ਸਮਾਂ ਆਇਆ, ਧੀ ਦਾ ਵਿਆਹ ਰੱਖਿਆ ਗਿਆ, ਸਮੇਂ ਨਾਲ ਬਰਾਤ ਆ ਜਾਣੀ ਹੈ, ਪਰ ਵਿਆਹ ਕਰਨ ਦੀ ਸਮਰੱਥਾ ਮੇਰੇ ਵਿੱਚ ਨਹੀਂ। ਘਰ ਤੋਂ ਡੋਲੀ ਉੱਠਣੀ। ਇੰਨੇ ਬਚਨ ਕਹਿ ਕੇ ਭਾਈ ਮਰਦਾਨਾ ਜੀ ਭਾਵੁਕ ਹੋ ਗਏ। ਆਖਦੇ ਨੇ ਮਹਾਰਾਜ, ਇੱਕ ਘਰ ਤੋਂ ਮੰਗ ਕੇ ਕਾਰਜ ਰਾਸ ਨਹੀਂ ਹੁੰਦੇ। ਤੁਹਾਡਾ ਸਹਾਰਾ ਤੱਕਿਆ, ਆਸ ਰੱਖੀ ਹੈ, ਦੂਰੋਂ ਚੱਲ ਕੇ ਆਇਆ ਹਾਂ। ਤਾਂ ਕੀ ਸ਼ਕਤ ਨ ਸਦਨ ਹਮਾਰੇ, ਯਹਿ ਧਿਆਇਓ ਨਿਕਟ ਤੁਮਾਰੀ। ਆਪ ਜੀ ਦੇ ਦਰ ਤੇ ਮੈਂ ਮੰਗਣੇ ਆਇਆ ਸਾਹਿਬ ਜੀਓ, ਮੇਰੇ ਵਿੱਚ ਇੰਨੀ ਸਮਰੱਥਾ, ਇੰਨਾ ਜ਼ੋਰ ਨਹੀਂ ਹੈ, ਮੈਂ ਆਪਣੀ ਲਾਡਾਂ ਨਾਲ ਪਾਲੀ ਧੀ ਨੂੰ ਵਿਆਹ ਸਕਾਂ। ਇਹ ਹੁਣ ਕਿਰਪਾ ਤੁਸੀਂ ਕਰਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤਰਸ ਦੀ ਨਜ਼ਰ ਨਾਲ ਭਾਈ ਮਰਦਾਨਾ ਜੀ ਵੱਲ ਵੇਖਦੇ ਨੇ। ਬਚਪਨ ਦੇ ਮਿੱਤਰ ਨੇ ਭਾਈ ਮਰਦਾਨਾ, ਉਮਰ ਵਿੱਚ ਵੱਡੇ ਨੇ ਗੁਰੂ ਸਾਹਿਬ। ਜੇ ਵੱਡੇ ਨੇ ਤਾਂ ਹੀ ਉਹ ਧੀ ਵਿਆਹੁਣ ਵਾਲੀ ਹੈ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਮਰ 32 ਸਾਲਾਂ ਦੀ ਹੈ। ਘਰ ਦੇ ਵਿੱਚ ਕੇਵਲ ਇੱਕ ਪੁੱਤਰ ਦਾ ਜਨਮ ਹੋਇਆ, ਜਿਹਦੀ ਉਮਰ ਸਿਰਫ 1 ਸਾਲ ਹੈ, ਬਾਬਾ ਸ੍ਰੀ। ਹੁਣ ਅੰਦਾਜ਼ਨ ਭਾਈ ਮਰਦਾਨਾ ਜੀ ਸਤਿਗੁਰਾਂ ਤੋਂ ਕਾਫੀ ਵੱਡੇ ਹੋਣਗੇ, ਉਮਰ ਦੇ 5-10 ਸਾਲ ਵੱਡੇ ਹੋਣਗੇ। ਗਰੀਬ ਨਵਾਜ਼ ਸਤਿਗੁਰ ਕਹਿੰਦੇ, ਮਰਦਾਨਿਆਂ ਫਿਰ ਕੀ ਹੋਇਆ ਭਾਈ, ਸਾਡੀ ਧੀ ਹੈ, ਕਿਉਂ ਚਿੰਤਾ ਕਰਦੇ? ਪਰ ਜਿਹਦੀ ਧੀ ਦਾ ਵਿਆਹ ਹੋਵੇ, ਜਿਹਦੇ ਸਿਰ ਤੇ ਏਡੀ ਵੱਡੀ ਜ਼ਿੰਮੇਵਾਰੀ ਹੈ, ਉਹਨੂੰ ਚਿੰਤਾ ਤੇ ਜ਼ਰੂਰ ਹੈ। ਆਖਦਾ ਪਾਤਸ਼ਾਹ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਆਪ ਜੀ ਦਾ ਆਸਰਾ ਤੱਕ ਕੇ ਮੈਂ ਚੱਲ ਕੇ ਆਇਆ, ਝੋਲੀ ਖੈਰ ਪਾ ਦਿਓ। ਅਸ ਪ੍ਰਕਾਰ ਸੁਣ ਕਰ ਸੁਖ ਰਸਾ, ਤਹਿ ਛਿਨ ਹੋਤੋ ਭਗੀਰਥ ਪਾਸਾ। ਭਾਈ ਮਰਦਾਨਾ ਜੀ ਦੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਥੋੜੇ ਜਿਹੇ ਭਾਵੁਕ ਹੋਏ, ਕਿਉਂਕਿ ਇਹ ਪ੍ਰੇਮ ਦੀਆਂ ਖੇਡਾਂ ਨੇ। ਪਾਸ ਹੀ ਸਤਿਗੁਰਾਂ ਦੇ ਬੈਠੇ ਸੀ ਭਾਈ ਭਗੀਰਥ। ਗੁਰੂ ਸਾਹਿਬ ਜੀ ਨੇ ਨੇਤਰ ਭਰ ਕੇ ਉਹਨਾਂ ਵੱਲ ਵੇਖਿਆ, ਹੱਥ ਖੜ ਜੋੜ ਕੇ ਉੱਠ ਗਏ। ਸੇਵਕ ਇਹਨੂੰ ਕਹਿੰਦੇ ਆ, ਦਾਸ ਇਹਨੂੰ ਕਹਿੰਦੇ ਆ। ਅਜੇ ਬੋਲਿਆ ਨਹੀਂ, ਬਚਨ ਕਿਹਾ ਨਹੀਂ, ਸਿਰਫ ਨਜ਼ਰ ਭਰ ਕੇ ਤੱਕਿਆ, ਇਸ਼ਾਰਾ ਸਮਝੋ, ਹੱਥ ਜੋੜ ਉੱਠ ਪਏ ਭਾਈ ਭਗੀਰਥ ਜੀ। ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਦਿਲਾਸਾ ਦਿੰਦੇ ਆ, ਕਹਿੰਦੇ ਭਾਈ ਸਭ ਕੁਝ ਉਸ ਕਰਤਾਰ ਨੇ ਕਰਨਾ, ਤੂੰ ਕਿਉਂ ਚਿੰਤਾ ਕਰਦਾ ਏ? ਤਾਂ ਸੋ ਬੋਲੇ ਕਿਰਪਾ ਨਿਧਾਨਾ, ਕਰਮ ਕਾਜ ਤੂੰ ਪਰਮ ਸਿਆਣਾ। ਸਤਿਗੁਰਾਂ ਨੇ ਜਿਸ ਵੇਲੇ ਭਾਈ ਭਗੀਰਥ ਨੂੰ ਆਵਾਜ਼ ਦੇ ਕੇ ਆਖਿਆ, ਭਗੀਰਥ ਜੀ ਸਾਡੇ ਪਾਸ ਆਓ। ਭਾਈ ਭਗੀਰਥ ਹੱਥ ਜੋੜ ਮਰਦ ਦੇ ਕੋਲ ਆਏ, ਚਰਨ ਵੰਦਨਾ ਕੀਤੀ, ਕਹਿੰਦੇ ਹਜ਼ੂਰ ਹੁਕਮ ਫਰਮਾਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਗੀਰਥ ਜੀ ਤੁਸੀਂ ਬਹੁਤ ਸਿਆਣੇ ਹੋ, ਸੂਝਵਾਨ, ਸਮਝਦਾਰ। ਦੁਨਿਆਵੀ ਤੌਰ ਤੇ, ਸੰਸਾਰੀ ਪੱਧਰ ਤੇ ਭਾਈ ਭਗੀਰਥ ਇੱਕ ਚੌਧਰੀ ਨੇ, ਪਿੰਡ ਦੇ ਸਰਪੰਚ ਕਹਿ ਲਓ, ਵੱਡਾ ਰੁਤਬਾ ਹੈ, ਸਮਝਦਾਰ ਤੇ ਹੈ, ਪਰ ਗੁਰੂ ਦੇ ਸਾਹਮਣੇ ਸਮਝਦਾਰ ਨਹੀਂ। ਸਿੱਖਣਾ ਹੀ ਚਾਹੀਦਾ। ਲੱਖ ਨੌਲੇਜ ਇਕੱਠੀ ਕਰੋ, ਲੱਖਾਂ ਕਿਤਾਬਾਂ ਪੜ੍ਹੋ, ਜ਼ਿੰਦਗੀ 'ਚ ਅੱਗੇ ਵਧੋ, ਨੌਲੇਜੇਬਲ ਬਣ ਜਾਓ, ਇਨਫੋਰਮੇਸ਼ਨ ਰੱਖੋ, ਪਰ ਗੁਰੂ ਅੱਗੇ ਸਿਆਣੇ ਨਾ ਬਣੇ। ਗੁਰੂ ਅੱਗੇ ਜਦ ਵੀ ਆਈਏ ਅਣਜਾਣ ਬਣ ਕੇ ਆਈਏ। ਮਹਾਰਾਜ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਬਰਾਦੀ ਤਰਿਆ ਰੇ, ਮੈਂ ਤੇ ਮੂਰਖ ਹਾਂ। ਮਾਰ ਅਸੀਂ ਉਦੋਂ ਖਾਂਦੇ ਹਾਂ ਜਦੋਂ ਗੁਰੂ ਸਾਹਮਣੇ ਵੀ ਸਿਆਣੇ ਬਣ ਜਾਂਦੇ ਆ, ਫਿਰ ਗੱਲਾਂ ਹੀ ਨਹੀਂ ਬਣਦੀਆਂ। ਭਾਈ ਭਗੀਰਥ ਅੱਤ ਦੇ ਸਿਆਣੇ ਨੇ, ਸਮਝਦਾਰ ਨੇ, ਪਰ ਗੁਰੂ ਪਾਤਸ਼ਾਹ ਕੀ ਆਪਣੀ ਮੱਤ ਵੇਚੀ ਹੋਈ, ਆਪਣਾ ਗਿਆਨ, ਆਪਣੀ ਸਮਝ, ਆਪਣੀ ਹਉਮੈ ਭੇਟਾ ਕਰਤੀ, ਕਹਿੰਦੇ ਕੁਛ ਵੀ ਨਹੀਂ ਮੇਰੇ ਕੋਲ। ਮਰਦ ਕਹਿੰਦੇ ਭਾਈ ਭਗੀਰਥ ਜੀ ਤੁਸੀਂ ਬਹੁਤ ਸਿਆਣੇ ਹੋ, ਤੁਹਾਡੇ ਤਾਈਂ ਅੱਜ ਇੱਕ ਕੰਮ ਹੈ। ਕਹਿੰਦੇ ਮਰਦ 7 ਬਚਨ। ਸੇਵਕ ਨੇ ਨਾ, ਉਹ ਸੇਵਕ ਕੀ ਜੇ ਨਖਰਾ ਹੀ ਆ ਗਿਆ, ਚਾਕਰੀ ਕਾਹਦੀ ਹੈ ਜੇ ਆਕੜ ਆ ਗਈ। ਭਾਈ ਭਗੀਰਥ ਜੀ ਨੇ ਇਹ ਨਹੀਂ ਪੁੱਛਿਆ ਮਰਦ ਕੰਮ ਕੀ ਹੈ, ਕਰ ਸਕਦਾ ਜਾਂ ਨਹੀਂ। ਹੱਥ ਜੋੜ ਕੇ ਕਹਿੰਦੇ ਗਰੀਬ ਨਵਾਜ ਪਾਤਸ਼ਾਹ
ਜੋ ਆਪ ਜੀ ਦਾ ਹੁਕਮ ਹੋਵੇ। ਵਿਆਹ ਸੋਜ ਲਿਖ ਕਾਗਦ ਸਭ ਹੀ, ਗਮ ਨਿਹੂ ਲਵਪੁਰ ਮਾਰ ਗਿਆ ਬਹੀ। ਪਿਆਰਿਆ, ਭਾਈ ਬਾਲਾ ਜੀ ਤੋਂ ਕਲਮ ਲੈ ਲਓ, ਕਾਗਜ਼ ਲੈ ਲਓ। ਭਾਈ ਮਰਦਾਨਾ ਜੀ ਦੇ ਧੀ ਦੇ ਵਿਆਹ ਦੇ ਵਿੱਚ ਜਿਹੜੀ ਜਿਹੜੀ ਸਮੱਗਰੀ, ਵਸਤੂਆਂ, ਪਦਾਰਥ ਲੱਗਣਗੇ, ਇੱਕ ਕਾਗਜ਼ ਤੇ ਲਿਖ ਲੈ। ਕਹਿੰਦੇ ਪਾਤਸ਼ਾਹ ਸਤਿਗੁਰ ਗਰੀਬ ਨਵਾਜ਼ ਕਹਿੰਦੇ ਕੱਲਾ ਲਿਖਣਾ ਨਹੀਂ, ਲਿਖ ਕੇ ਸਾਰੀਆਂ ਚੀਜ਼ਾਂ ਲਾਹੌਰ ਸ਼ਹਿਰ ਤੋਂ ਖਰੀਦ ਕੇ ਲੈ ਗਏ। ਉਹਨਾਂ ਸਮਿਆਂ ਵਿੱਚ ਪਾਕਿਸਤਾਨ ਨਾਮ ਦਾ ਕੋਈ ਦੇਸ਼ ਨਹੀਂ ਸੀ ਹੁੰਦਾ, ਇੱਕੋ ਹੀ ਹਿੰਦੁਸਤਾਨ ਸੀ, ਇੱਕੋ ਹੀ ਭਾਰਤ ਸੀ। ਇਹ ਤੇ ਹੁਣ ਦੀਆਂ ਖੇਡਾਂ। ਸਾਹਿਬ ਕਹਿੰਦੇ ਲਾਹਪੁਰ ਜਾਣਾ ਪੈਣਾ। ਲਾਹਪੁਰ ਨਾਮ ਹੈ ਲਾਹੌਰ ਦਾ। ਕਹਿੰਦੇ ਲਾਹੌਰ ਜਾਇਓ, ਜੋ ਜੋ ਚੀਜ਼ਾਂ ਚਾਹੀਦੀਆਂ ਨੇ ਦੁੱਗਣੀਆਂ ਚੌਗਣੀਆਂ ਲੈ ਕੇ ਆਇਓ। ਇੱਕ ਤਰ੍ਹਾਂ ਦੀ ਸੇਵਾ ਹੈ। ਭਾਈ ਮਰਦਾਨੇ ਦੀ ਧੀ ਗੁਰੂ ਦੀ ਧੀ ਹੈ। ਵੈਸੇ ਵੀ ਸਮਾਜ ਦੇ ਵਿੱਚ ਧੀਆਂ ਦੇ ਵਿਆਹ ਦੇ ਵਿੱਚ ਲੋਕ ਸ਼ਗਨ ਪਾਉਣ ਵੇਲੇ ਵੀ ਨਹੀਂ ਸੋਚਦੇ, ਕਹਿੰਦੇ ਕੰਨਿਆ ਨਾਲ ਸੇਵਾ ਹੈ। ਜੋ ਕੁਛ ਆਪਣੇ ਕੋਲੋਂ ਦੇ ਦਈਏ ਉਨਾ ਹੀ ਥੋੜਾ ਹੈ, ਪਰ ਗੁਰੂ ਪਾਤਸ਼ਾਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੇ ਨੇ ਵੀ ਉਹਨਾਂ ਕੋਲ ਕੋਈ ਵੀ ਆ ਜਾਵੇ। ਸਤਿਗੁਰ ਕਹਿੰਦੇ ਭਾਈ ਭਗੀਰਥ ਜੀ ਲਾਹੌਰ ਜਾਓ, ਇਹ ਨਹੀਂ ਦੱਸਿਆ ਕਾਹਦੇ ਤੇ ਜਾਣਾ ਹੈ, ਕੌਣ ਤੁਹਾਡੇ ਨਾਲ ਜਾਏਗਾ, ਸਿਰਫ ਭਗੀਰਥ ਤਾਂ ਹੀ ਹੁਕਮ ਕੀਤਾ ਹੈ ਵਿਆਹ ਦੀ ਸਮੱਗਰੀ ਲੈ ਕੇ ਆਓ, ਸਮਾਨ ਸਾਜੋ ਜਿੰਨਾ ਚਾਹੀਦਾ ਤੁਸੀਂ ਆਪ ਲੈ ਕੇ ਆਉਣਾ ਏ। ਇਹ ਸਥਾਨ ਹੋਵੇ ਵਸਨਾ ਪੂਰੀ, ਕਹੈ ਬਿਲੋਕ ਕੈ ਅਨਹੋ ਰੂਰੀ। ਗੁਰੂ ਸਾਹਿਬ ਦਾ ਅਗਲਾ ਬਚਨ ਸੀ ਭਾਈ ਭਗੀਰਥ ਜੀ ਮੋਦੀ ਖਾਨੇ ਵਿੱਚ ਉਹ ਸਾਰੀਆਂ ਵਸਤੂਆਂ ਮੌਜੂਦ ਨਹੀਂ ਜੋ ਵਿਆਹ 'ਚ ਚਾਹੀਦੀਆਂ। ਬੇਸ਼ੱਕ ਰਸਤਾਂ ਵਸਤਾਂ ਸਭ ਕੁਝ ਹੈ, ਨਾ ਤੇ ਤੰਬੂ ਨੇ, ਟੈਂਟ ਉਹਨਾਂ ਨੂੰ, ਤੰਬੂ ਕਨਾਤਾਂ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਵਿਆਹਾਂ ਦੇ ਵਿੱਚ ਜਿਨ੍ਹਾਂ ਦੀ ਲੋੜ ਹੁੰਦੀ ਹੈ। ਸਤਿਗੁਰ ਕਹਿੰਦੇ ਉਹ ਸਭ ਕੁਝ ਤੁਹਾਨੂੰ ਲਾਹੌਰ ਤੋਂ ਮਿਲਣਾ ਹੈ। ਲਾਹੌਰ ਤੋਂ ਜਿੰਨਾ ਵੀ ਸਮਾਨ ਜ਼ਰੂਰਤ ਵਾਲਾ ਹੈ ਕੱਲਾ ਕੱਲਾ ਲੈ ਆਓ, ਸਟਾਕ ਚਾਹੀਦਾ ਪੂਰਾ। ਭਾਈ ਭਗੀਰਥ ਹੱਥ ਜੋੜ ਗਲ ਪੱਲਾ ਪਾ ਕੇ ਕਹਿੰਦੇ ਗੁਰਦੇਵ ਸਤਿਗੁਰ ਜਿਵੇਂ ਆਪ ਜੀ ਦਾ ਹੁਕਮ ਹੈ। ਗੁਰੂ ਸਾਹਿਬ ਕਹਿੰਦੇ ਕਾਗਜ਼ ਤੇ ਲਿਖ ਲਓ। ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆ ਜੋ ਜੋ ਤੈਨੂੰ ਚਾਹੀਦਾ ਲਿਖਾ ਦੇ। ਗਰੀਬ ਬਣ ਕੇ ਧੀ ਨਹੀਂ ਤੋਰਨੀ, ਬਾਦਸ਼ਾਹ ਬਣ ਕੇ ਤੋਰਨੀ। ਨੇਤਰ ਭਰੇ ਹੋਏ ਸੀ ਭਾਈ ਮਰਦਾਨੇ ਦੇ। ਰੱਬਾ ਕਦੇ ਐਸਾ ਸਮਾਂ ਕਿਸੇ ਪਿਓ ਤੇ ਨਾ ਆਵੇ, ਲੱਖ ਗਰੀਬ ਹੋਵੇ ਧੀ ਨੂੰ ਤੋਰਦੇ ਅੱਖਾਂ ਭਰੀਆਂ ਹੋਣ ਵੀ ਗਰੀਬੀ। ਭਾਈ ਮਰਦਾਨਾ ਅੰਦਰੋਂ ਭਾਵੁਕ ਹੋ ਗਿਆ, ਐਡੀ ਵੱਡੀ ਆਸ ਰੱਖ ਕੇ ਆਇਆ ਸੀ ਵੀ ਚਲੋ ਗੁਰੂ ਸਾਹਿਬ ਮੇਰੇ ਇਸ ਕਾਰਜ ਨੂੰ ਸਫਲਾ ਕਰਨਗੇ। ਕੱਲਾ ਸਫਲਾ ਨਹੀਂ, ਗੁਰੂ ਸਾਹਿਬ ਚੜ੍ਹਦੀ ਕਲਾ 'ਚ ਕਰਾਉਣ ਲੱਗੇ। ਜੇ 5000 ਦਾ ਖਰਚਾ ਉਹਨਾਂ ਸਮਿਆਂ ਦਾ ਮਰਜ਼ ਕਹਿੰਦੇ 20000 ਖਰਚ ਦੇ, ਕੋਈ ਲੋੜ ਨਹੀਂ, ਇਹ ਤੇ ਸੇਵਾ ਹੈ। ਭਾਈ ਮਰਦਾਨੇ ਨੂੰ ਕਹਿ ਦਿੱਤਾ ਦਿਲ ਖੋਲ ਕੇ ਚੀਜ਼ਾਂ ਲਿਖਾਵੇ। ਉਦੋਂ ਇਹੋ ਜਿਹਾ ਜ਼ਮਾਨਾ ਨਹੀਂ ਹੁੰਦਾ ਸੀ ਵੀ 100 ਬੰਦਾ ਆਊਗਾ ਬਰਾਤ 'ਚ 200 ਆਊਗਾ। ਉਦੋਂ ਇਹ ਨਹੀਂ ਸੀ ਪਤਾ ਵੀ ਕਿੰਨੇ ਆ ਜਾਣਗੇ ਤੇ ਕਿੰਨੇ ਖਾ ਜਾਣਗੇ। ਪਿੰਡਾਂ ਦੇ ਪਿੰਡ ਆਉਂਦੇ ਸੀ, ਭਾਈਚਾਰੇ ਵੱਡੇ ਸੀ। ਭਾਈ ਮਰਦਾਨੇ ਨੂੰ ਆਪਣੇ ਮਾਲਕ ਤੇ ਆਪਣੇ ਪਿਆਰੇ ਜਜਮਾਨ ਤੇ ਬਹੁਤ ਮਾਣ ਹੈ। ਕਹਿੰਦੇ ਕੋਲ ਬਹਿ ਕੇ ਦੱਸਦੇ ਆ ਜੀ, ਬੜੀ ਸ਼ਰਧਾ ਦੇ ਨਾਲ। ਉਹਨਾਂ ਲਾਲਚ ਨਹੀਂ ਕੀਤਾ ਕੋਈ, ਜਿੰਨੀ ਵਸਤੂ ਦੀ ਲੋੜ ਸੀ ਉਹਨੇ ਪਦਾਰਥ ਲਿਖਾਉਂਦੇ ਹਨ। ਰਜਨੀ ਏਕ ਬਸੋ ਪੁਰ ਮਾਹੀ, ਪੂਰਨ ਆਵਣ ਬਿਲਮਹੁ ਨਾਹੀ। ਜਦੋਂ ਭਾਈ ਭਗੀਰਥ ਲਿਖ ਰਹੇ ਨੇ ਕਾਗਜ਼ ਤੇ, ਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਭਗੀਰਥ ਜੀ, ਕਹਿੰਦੇ ਹਾਂਜੀ ਮਾਲਕ ਪਾਤਸ਼ਾਹ ਹੁਕਮ ਕਰੋ। ਸਤਿਗੁਰ ਕਹਿੰਦੇ ਇੱਕ ਸ਼ਰਤ ਹੈ ਭਾਈ ਤੇਰੇ ਤਾਈਂ, ਲਾਹੌਰ ਜਾ ਕੇ ਸਿਰਫ ਇੱਕ ਰਾਤ ਰਹਿਣਾ ਹੈ, ਦੂਜੀ ਰਾਤ ਨਹੀਂ ਕੱਟਣੀ। ਸਿੱਖ ਨੇ ਬਿਲਕੁਲ ਸਵਾਲ ਨਹੀਂ ਕੀਤਾ ਵੀ ਇੱਕ ਦਿਨ ਤੇ ਜਾਂਦਿਆਂ ਲੱਗ ਜਾਣਾ, ਬਾਜ਼ਾਰ ਕੋਈ ਸਮਾਨ ਵੀ ਖਰੀਦਣਾ, ਲੱਭਣਾ ਪੈਣਾ ਕਿਹੜੀ ਮੰਡੀ 'ਚੋਂ ਕੀ ਮਿਲਦਾ। ਉਹਨਾਂ ਸਮਿਆਂ 'ਚ ਮੰਡੀਆਂ ਹੁੰਦੀਆਂ ਸੀ, ਕੋਈ ਗੁੜ ਮੰਡੀ ਹੈ, ਕੋਈ ਲੱਕੜ ਬਾਜ਼ਾਰ ਹੈ, ਕਿਤੇ ਕੋਈ ਸਰਾਫਾ ਬਾਜ਼ਾਰ ਹੈ। ਅੱਜ ਵੀ ਲਾਹੌਰ ਦੇ ਵਿੱਚ ਉਹ ਬਾਜ਼ਾਰ ਵੇਖਣ ਵਾਲੇ, ਕਿਤੇ ਲੋਹਾ ਬਾਜ਼ਾਰ ਹੈ। ਹੁਣ ਦਿਨ ਕਿੰਨਾ ਲੱਗੇਗਾ ਜੀ? ਘੱਟੋ ਘੱਟ 2 ਤੋਂ 3 ਦਿਨਾਂ ਦਾ ਸਮਾਂ ਚਾਹੀਦਾ। ਪਰ ਗਰੀਬ ਨਵਾਜ਼ ਦਾ ਹੁਕਮ ਕੀ ਹੈ? ਕਹਿੰਦੇ ਭਾਈ ਭਗੀਰਥ ਇੱਕ ਰਾਤ ਰੁਕਣਾ ਲਾਹੌਰ ਵਿੱਚ, ਸਿਰਫ ਇੱਕ, ਟਾਈਮ ਟੂ ਟਾਈਮ ਹੀ ਹੋਣਾ। ਅੱਜ ਜਾਣਗੇ ਸ਼ਾਮ ਨੂੰ ਪਹੁੰਚਣਗੇ। ਸਵੇਰ ਹੁੰਦਿਆਂ ਸਮਾਨ ਇਕੱਠਾ ਕਰਕੇ ਖਰੀਦ ਕੇ ਵਾਪਸ ਫੇਰ ਇੱਧਰ ਹੀ ਆਉਣਾ ਸੁਲਤਾਨਪੁਰ ਲੋਧੀ।
ਪਰ ਭਾਈ ਭਗੀਰਥ ਤੇ ਹੁਕਮ ਦੇ ਬੱਧੇ ਹੋਏ ਆ। ਸੇਵਕ ਨੂੰ ਸੇਵਾ ਬਣਦੀ ਹੈ। ਸੇਵਕ ਕਾਓ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਆਈ। ਮਰਦ ਕਹਿੰਦੇ ਸੇਵਕ ਨੂੰ ਸੇਵਾ ਬਣਦੀ ਆ ਭਾਈ ਜਦੋਂ ਹੁਕਮ ਗੁਰੂ ਦਾ ਬੁੱਝਦਾ ਜਾਣਦਾ ਏ, ਫਿਰ ਪਰਮ ਵੱਡਾ ਪਦ ਅਹੁਦਾ ਮਿਲਦਾ ਹੈ। ਕਾਹਦਾ? ਮੁਕਤੀ ਹੈ। ਉਹ ਸੇਵਕ ਕਾਹਦਾ? ਜਿਹਦੇ ਵਿੱਚ ਹਉਮੈ ਹੈ। ਉਹ ਸੇਵਕ ਕਾਹਦਾ? ਜਿਹਦੇ ਵਿੱਚ ਮਾਣ ਹੈ। ਨਿਰਮਾਣ ਹੁੰਦਾ ਗੁਰੂ ਕਾ ਸੇਵਕ। ਭਾਈ ਭਗੀਰਥ ਨੇ ਕੁਝ ਨਹੀਂ ਸੋਚਿਆ, ਭਾਵੇਂ ਉਹਨੂੰ ਪਤਾ ਕਿ ਇੱਕ ਰਾਤ ਰਹਿ ਕੇ ਵਾਪਸ ਨਹੀਂ ਮੁੜਿਆ ਜਾ ਸਕਦਾ, ਸਮਾਨ ਵੀ ਖਰੀਦਣਾ ਹੈ, ਬੜਾ ਕੁਛ ਇੱਦਾਂ ਦਾ ਹੁੰਦਾ ਜੀ। ਕਈ ਚੀਜ਼ਾਂ ਬਾਜ਼ਾਰਾਂ ਵਿੱਚ ਅਵੇਲੇਬਲ ਨਹੀਂ ਹੁੰਦੀਆਂ। ਆਪਾਂ ਚਾਹੁੰਦੇ ਆ ਵੀ ਇੰਨੀ ਚੀਜ਼ ਚਾਹੀਦੀ, ਅਗਲਾ ਕਹਿੰਦਾ ਅੱਜ ਨਹੀਂ 2 ਦਿਨ ਰੁਕ ਜਾਓ ਮੰਗਾ ਦਿਆਂਗੇ, 4 ਦਿਨ ਰੁਕ ਜਾਓ ਮੰਗਾ ਦਾਂਗੇ। ਪਰ ਮਰਦ ਦਾ ਹੁਕਮ ਹੈ, ਗੁਰੂ ਸਾਹਿਬ ਦੀ ਕਸਵੱਟੀ ਭਾਈ ਭਗੀਰਥ ਦੇ ਤਾਈਂ ਕਹਿੰਦੇ ਸਮਾਨ ਇੱਕ ਰਾਤ ਰੁਕ ਕੇ ਸਵੇਰ ਹੁੰਦਿਆਂ ਲੈ ਆਈ। ਭਾਵ ਜੇ ਅੱਜ ਜਾਓਗੇ ਕੱਲ ਵਾਪਸ ਆਉਣਾ ਏ। ਧਰ ਰਜਾਏ ਸਿਰ ਪਰ ਜਗਨਾਥਾ, ਲਿਖਿਓ ਬੂਝ ਮਰਦਾਨੇ ਸਾਥਾ। ਬਸ ਅਗਲਾ ਵਚਨ ਵੀ 7 ਵਚਨ ਸੀ। ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ, ਕੋਈ ਵਾਦ ਘਾਟ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਨਾਲ ਕੌਣ ਚੱਲਿਆ, ਕੀ ਲੈ ਕੇ ਜਾਵਾਂਗਾ, ਕਿਵੇਂ ਰਾਤ ਰਹਾਂਗਾ, ਕਿੱਥੇ ਰਹਾਂਗਾ, ਕੌਣ ਸਮਾਨ ਦਵਾਏਗਾ। ਕਿੰਨੇ ਸਵਾਲ ਨੇ ਜੀ। ਅੱਜ ਕਿਸੇ ਸੇਵਕ ਨੂੰ ਕਹਿ ਦਿਓ, ਬੜੇ ਸੇਵਾਦਾਰ ਨੇ ਹੱਥ ਜੋੜੇ ਫਿਰਨਗੇ ਧਾਰਮਿਕ ਥਾਵਾਂ ਤੇ, ਬਾਬਾ ਜੀ ਹੁਕਮ ਕਿਰਪਾ ਕਰੋ, ਮਾੜਾ ਜਿਹਾ ਕੰਮ ਕਹਿ ਦਿਓ ਵੀ ਆਉਂਦੇ ਹੋਏ ਫਲਾਣੀ ਚੀਜ਼ ਫੜ ਲਿਆਇਓ। ਉਹਦੀ ਕਹਿੰਦੇ ਜੀ ਮੈਂ ਇੱਧਰ ਨੂੰ ਨਹੀਂ ਆਉਣਾ, ਉੱਧਰ ਨੂੰ ਆਉਣਾ ਹੈ, ਆਹ ਹੋ ਜੂਗਾ, ਆਹ ਹੋ ਜੂਗਾ। ਪਰ ਸੇਵਕ ਵੀ ਹੋਣੇ ਸੀ। ਭਾਈ ਭਗੀਰਥ ਨੇ ਸਾਰੀ ਲਿਸਟ ਲਿਖ ਲਈ ਹੈ। ਲਿਖ ਕੇ ਆਪਣੀ ਜੇਬ ਦੇ ਵਿੱਚ ਉਹ ਕਾਗਜ਼ ਪਾਇਆ। ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਮੰਗੀ, ਹਜ਼ੂਰ ਰਸਤੇ ਵਿੱਚ ਅੰਗ ਸੰਗ ਸਹਾਈ ਹੋਏ, ਕਿਰਪਾ ਕਰਿਓ ਆਪ ਜੀ ਦੇ ਹੁਕਮਾਂ ਤੇ ਮੈਂ ਫੁੱਲ ਚੜਾਵਾਂ। ਵਾਂਛਤ ਦਰਬ ਲੈ ਨਿਜ ਹੱਥਾ, ਗਮਨਿਓ ਪੰਥ ਨਾਏ ਪਦ ਮਾਥਾ। ਗੁਰੂ ਪਾਤਸ਼ਾਹ ਨੇ ਆਪਣੀ ਜੇਬ ਦੇ ਵਿੱਚੋਂ ਮਾਇਆ ਕੱਢ ਕੇ ਭਾਈ ਭਗੀਰਥ ਨੂੰ ਦੇਤੀ, ਉਹਨਾਂ ਗਿਣੀ ਨਹੀਂ। ਸੇਵਕ ਜੋ ਹੋਏ, ਇੱਥੇ ਕਿਤੇ ਆਪਣੇ ਪੁੱਤ ਨੂੰ ਵੀ ਭੇਜ ਕੇ ਵੇਖ ਲਓ ਫਲਾਣੀ ਚੀਜ਼ ਲਾਇਆ, ਪਹਿਲੇ ਹੀ ਹਿਸਾਬ ਦੱਸ ਦਿੰਦਾ ਵੀ ਇੰਨੇ ਦਾ ਆਉਣਾ, ਇੰਨੇ ਦਾ ਆਉਣਾ। ਬਾਪੂ ਘੱਟ ਪੈਸੇ ਦਿੱਤੇ ਆ। ਪਰ ਜਿਹੜਾ ਸੇਵਕ ਆ ਨਾ, ਸੇਵਕ ਬਣਨਾ ਹੀ ਤੇ ਔਖਾ ਹੈ। ਜਥੇਦਾਰ ਬਣਨਾ ਸੌਖਾ ਹੈ, ਬ੍ਰਹਮ ਗਿਆਨੀ ਬਣਨਾ ਸੌਖਾ ਹੈ, ਮਹੰਤ ਬਣਨਾ ਸੌਖਾ ਏ, ਸਿੱਖ ਬਣਨਾ ਵੀ ਸੌਖਾ ਏ। ਸਭ ਤੋਂ ਔਖਾ ਜਿਉਂਦੇ ਜੀ ਸੇਵਕ ਬਣਨਾ। ਸਤਿਨਾਮ ਸਭ ਤੋਂ ਔਖਾ। ਔਖਾ ਕਿਉਂ? ਸੇਵਕ ਬਣਦਾ ਮਰ ਕੇ, ਗੱਲਾਂ ਨਾਲ ਨਹੀਂ ਬਣਦਾ। ਗੱਲਾਂ ਨਾਲ ਯੋਗ ਵੀ ਕਮਾਇਆ ਨਹੀਂ ਜਾਂਦਾ ਤੇ ਗੱਲਾਂ ਨਾਲ ਸੇਵਕੀ ਵੀ ਨਹੀਂ ਮਿਲਦੀ। ਜਦ ਵੀ ਮਿਲੇਗੀ ਮਨ ਕਰਕੇ, ਰੂਹ ਕਰਕੇ, ਮਰ ਕੇ ਆਪਾ ਗੁਰੂ ਨੂੰ ਸੌਂਪ ਕੇ ਸੇਵਕ ਬਣਦਾ ਹੈ। ਬਾਣੀ ਨੇ ਇਹਨਾਂ ਦੀ ਪਰਿਭਾਸ਼ਾ ਬੜੀ ਗਹਿਰੀ ਖੋਲੀ ਹੋਈ ਹੈ। ਭਾਈ ਭਗੀਰਥ ਸੇਵਕ ਬਣ ਕੇ, ਸਿੱਖ ਬਣ ਕੇ ਨਿਮਾਣੇ ਲੈ ਕੇ ਆਗਿਆ, ਲੈ ਕੇ ਮਾਇਆ ਲਾਹੌਰ ਸ਼ਹਿਰ ਨੂੰ ਚੱਲ ਪਏ। ਪਹੁੰਚਿਓ ਲਵਪੁਰ ਨਗਰ ਮਝਾਰਾ, ਇੱਕ ਦੁਕਾਨਪੁਰ ਸ਼ਾਹ ਨਿਹਾਰਾ। ਸਮੇਂ ਨਾਲ ਚੱਲੇ ਨੇ, ਰਫ਼ਤਾਰ ਨਾਲ ਚੱਲੇ ਨੇ ਭਾਈ ਭਗੀਰਥ। ਚੱਲਦੇ ਚੱਲਦੇ ਲਾਹੌਰ ਸ਼ਹਿਰ ਪਹੁੰਚ ਗਏ। ਇਹ ਉਹੀ ਸ਼ਹਿਰ ਹੈ ਜਿਹਦੇ ਪਰਥਾਏ ਮਰਦ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਹੈ। ਬਾਣੀ 'ਚ ਵੀ ਲਿਖਿਆ, ਨਾਮ ਜ਼ਿਕਰ ਦਰਜ ਹੈ। ਚੱਲ ਕੇ ਲਾਹੌਰ ਵਿੱਚ ਆਏ, ਪਤਾ ਕੀਤਾ, ਕਹਿੰਦੇ ਕੋਈ ਇਹੋ ਜਿਹਾ ਬਾਜ਼ਾਰ ਦੱਸੋ ਜਿੱਥੇ ਸਾਰਾ ਕੁਝ ਹੀ ਮਿਲ ਜੇ। ਜਿਵੇਂ ਅੱਜ ਦੇ ਸਮੇਂ ਕਿੱਡੇ ਕਿੱਡੇ ਮਾਲ ਨੇ, ਇੱਕ ਮਾਲ 'ਚ ਐਂਟਰੀ ਕਰੋ ਸਾਰਾ ਕੁਝ ਹੀ ਮਿਲ ਜਾਂਦਾ ਹੈ। ਉਹਨਾਂ ਸਮਿਆਂ 'ਚ ਇੱਦਾਂ ਦੇ ਬਾਜ਼ਾਰ ਵੀ ਸੀ ਜਿੱਥੇ ਹਰ ਤਰ੍ਹਾਂ ਦੀ ਦੁਕਾਨ ਹੁੰਦੀ ਹੈ ਤੇ ਸਪੈਸ਼ਲ ਬਾਜ਼ਾਰ ਵੀ ਹੁੰਦੇ। ਕੋਈ ਲੱਕੜਾਂ ਦਾ ਬਾਜ਼ਾਰ ਹੈ, ਕੋਈ ਗੁੜ ਦਾ ਬਾਜ਼ਾਰ ਹੈ, ਕੋਈ ਕਣਕ ਦਾ ਬਾਜ਼ਾਰ ਹੈ, ਕੋਈ ਕਿਸੇ ਪਦਾਰਥ ਦਾ ਬਾਜ਼ਾਰ ਹੈ। ਅੱਜ ਵੀ ਇੱਧਰ ਵੀ ਮਿਲਦੇ ਆ, ਉੱਧਰ ਵੀ ਮਿਲਦੇ ਆ। ਜਿਵੇਂ ਕਿਤੇ ਇੰਡਸਟਰੀ ਏਰੀਆ ਹੁੰਦਾ ਹੈ, ਕਿਤੇ ਰੈਜ਼ੀਡੈਂਸ ਆ ਜਾਂਦੀ ਹੈ, ਕਿਤੇ ਸਪੈਸ਼ਲ ਕੋਈ ਨਾ ਕੋਈ ਕਾਰਨਰ ਹੁੰਦੇ ਆ। ਹੁਣ ਉਹਨਾਂ ਸਮਿਆਂ ਵਿੱਚ ਭਾਈ ਭਗੀਰਥ ਨੇ ਰਸਤੇ ਵਿੱਚ ਹੀ ਲੋਕਾਂ ਨੂੰ ਪੁੱਛ ਲਿਆ, ਮੈਂ ਕਿਹੜੇ ਬਾਜ਼ਾਰ ਜਾਣਾ ਹੈ। ਹੁਣ ਉਹ ਬਾਜ਼ਾਰ ਕਿਹੜਾ ਸੀ ਜਿੱਥੇ ਪਹੁੰਚੇ ਆ ਜੀ? ਉਸ ਬਾਜ਼ਾਰ ਦਾ ਨਾਮ ਆਉਂਦਾ ਚੂਨਾ ਮੰਡੀ, ਜਿਹਨੂੰ ਚੂਨੀ ਮੰਡੀ ਕਹਿੰਦੇ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਸ ਇਲਾਕੇ ਵਿੱਚ ਅਵਤਾਰ ਹੋਇਆ ਹੈ, ਚੂਨਾ ਮੰਡੀ ਕਿਹੋ ਜਿਹਾ ਬਾਜ਼ਾਰ ਹੈ ਜਿਸ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦੀ ਦੁਕਾਨ ਹੈ। ਸੁਨਿਆਰ ਵੀ ਬੈਠੇ ਆ, ਲੋਹਾਰ ਵੀ ਬੈਠੇ ਆ, ਹੀਰੇ ਵਾਲੇ ਸ਼ਰਾਫੇ ਵਾਲੇ ਵੀ ਬੈਠੇ ਆ, ਕਰਿਆਨੇ ਵਾਲੇ ਵੀ ਬੈਠੇ ਆ, ਕੱਪੜਾ ਵੀ ਬਜਾਜੀ ਵੀ ਹੈ, ਹਰ ਤਰ੍ਹਾਂ ਦੀ ਚੀਜ਼ ਹੈ। ਪਤਾ ਕੀਤਾ
ਕਹਿੰਦੇ ਉਸ ਬਾਜ਼ਾਰ 'ਚ ਪਹੁੰਚੇ। ਬਾਜ਼ਾਰ ਵਿੱਚ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਇਹੋ ਜਿਹਾ ਸ਼ਾਹੂਕਾਰ ਦੱਸੋ। ਸ਼ਾਹੂਕਾਰ, ਅੱਗੇ ਸ਼ਾਹੂਕਾਰ ਹੁੰਦੇ ਸੀ ਵੀ ਜਿਹਦਾ ਲੈਣ ਦੇਣ ਸਰਮਾਇਆ ਸਾਰੀਆਂ ਦੁਕਾਨਾਂ ਨਾਲ ਹੋਵੇ। ਅੱਜ ਵੀ ਤੁਸੀਂ ਕਿਸੇ ਬਾਜ਼ਾਰ 'ਚ ਖੜੋ, ਵਿਆਹ ਦਾ ਸਮਾਨ ਲੈਣਾ, ਕੋਈ ਲੈਣਾ, ਇੱਕ ਦੁਕਾਨ ਵਾਲੀ ਕਾਪੀ ਤੇ ਲਿਖ ਕੇ ਅੱਗੇ ਆਰਡਰ ਕਰੀ ਜਾਂਦਾ, ਫਲਾਣੀ ਚੀਜ਼ ਇੰਨੀ ਭੇਜ ਦਿਓ, ਇੰਨੀ ਆਹ ਭੇਜ ਦਿਓ, ਜਾਣ ਦੀ ਲੋੜ ਹੀ ਨਹੀਂ ਪੈਂਦੀ। ਇੱਕ ਬੰਦੇ ਦਾ ਹੀ ਕੰਮ ਹੁੰਦਾ। ਇਹ ਪੁਰਾਣੇ ਸਮੇਂ 'ਚ ਵੀ ਸੀ। ਲੱਭਦੇ ਲੱਭਦੇ ਇੱਕ ਸ਼ਾਹੂਕਾਰ ਦੀ ਦੁਕਾਨ ਵੱਲ ਕਿਸੇ ਨੇ ਹੱਥ ਕੀਤਾ। ਉਹ ਪਿਆਰਿਆ ਉਸ ਦੁਕਾਨ ਤੇ ਚਲਿਆ ਜਾ, ਤੈਨੂੰ ਸਾਰਾ ਕੁਝ ਮਿਲ ਜੂ। ਜੀ ਉਹ ਕੱਲੀ ਕੱਲੀ ਚੀਜ਼ ਲੱਭੂ ਕਿੰਨੇ ਦਿਨ ਲੱਗ ਜਾਣਗੇ। ਕਿਤੋਂ ਪਦਾਰਥ ਲਏ, ਕੱਪੜੇ ਲਏ, ਕਿਤੋਂ ਰਾਸ਼ਨ ਲਿਆ, ਕਿਤੋਂ ਸੋਨਾ ਲਿਆ, ਕਿਤੋਂ ਚਾਂਦੀ ਲਈ, ਬੜਾ ਔਖਾ ਹੋ ਜਾਂਦਾ। ਕਹਿੰਦੇ ਲੱਭਦੇ ਲੱਭਦੇ ਇੱਕ ਸੇਠ ਜਿਹਦੀ ਦੁਕਾਨ ਬਹੁਤ ਵੱਡੀ ਹੈ, ਸੈਂਕੜੇ ਗਾਹਕ ਜਿਹਦੀ ਦੁਕਾਨ ਤੇ ਖੜੇ ਆ, ਪਤਾ ਨਹੀਂ ਕਿੰਨੇ ਕੁ ਕਾਮੇ ਕੰਮ ਕਰਦੇ, ਕਿੰਨੇ ਕੁ ਵਰਕਰ ਨੇ। ਕਹਿੰਦੇ ਸੇਠ ਤੰਦਰੁਸਤ ਸੀ, ਪਗੜੀ ਧਾਰੀ ਹੈ। ਅੱਗੇ ਲੋਕ ਪਗੜੀਆਂ ਬੰਨ੍ਹਦੇ ਸੀ। ਜਿਸ ਵੇਲੇ ਭਾਈ ਭਗੀਰਥ ਨੇ ਵੇਖਿਆ, ਉਹਦਾ ਚਿਹਰਾ ਵੇਖ ਅੰਦਾਜ਼ਾ ਲਾਇਆ ਵੀ ਇਹ ਬੰਦਾ ਮੈਨੂੰ ਰਾਹੇ ਪਾਊਗਾ, ਕੁਛ ਦੇ ਕੇ ਭੇਜੇਗਾ। ਇਹ ਵਿਅਕਤੀ ਦੀ ਸ਼ਕਲ ਤੋਂ ਪਤਾ ਲੱਗ ਜਾਂਦਾ ਹੈ ਵੀ ਇਹਦੇ ਕੋਲ ਮੰਗਿਆ ਕੁਛ ਮਿਲੂਗਾ ਜਾਂ ਜਵਾਬ ਹੀ ਮਿਲੂਗਾ। ਅੱਜ ਵੀ ਦੁਨੀਆ ਜਾਣਦੀ ਹੈ, ਬੰਦੇ ਨੂੰ ਆਪਾਂ ਕੋਈ ਕੰਮ ਕਹਿੰਦਾ ਵੀ ਫਲਾਣੇ ਨੂੰ ਲੈ ਜਾ, ਕਹਿੰਦੇ ਨਾ ਯਾਰ ਉਹਨੂੰ ਰਹਿਣ ਦੇ, ਤੂੰ ਚੱਲ। ਉਹਨੂੰ ਕਿਉਂ ਨਹੀਂ ਪਤਾ ਵੀ ਉਹ ਕੰਮ ਨਹੀਂ ਆ ਸਕਦਾ। ਇੱਦਾਂ ਹੀ ਹੁੰਦੇ ਬਾਜ਼ਾਰਾਂ ਵਿੱਚ ਲੋਕ, ਕਈ ਗੱਲਾਂ ਵਾਲੇ ਹੁੰਦੇ ਦੁਕਾਨਦਾਰ, ਕਈ ਹੁੰਦੇ ਤੁਹਾਨੂੰ ਜੂਸ ਪਿਲਾਉਣਗੇ ਤੇ ਜੂਸ ਪਿਲਾ ਕੇ ਵੀ GST ਵਿੱਚ ਹੀ ਠੋਕ ਦੇਣਾ ਉਹਨਾਂ ਨੇ, ਵਿੱਚ ਹੀ ਕੱਟ ਲੈਣਾ। ਤੇ ਇੱਕ ਉਹ ਹੁੰਦਾ ਰੁੱਖੀ ਗੱਲ ਕਰਦਾ, ਇੱਕ ਉਹ ਹੈ ਕੱਪੜਾ ਮਾੜਾ ਦੇਣਾ ਤੇ ਗੱਲਾਂ ਬੜੀਆਂ ਕਰਨੀਆਂ ਇੱਧਰ ਉੱਧਰ ਦੀਆਂ। ਤਰ੍ਹਾਂ ਤਰ੍ਹਾਂ ਦੇ ਲੋਕ ਨੇ। ਤੇ ਇੱਕ ਇਨਸਾਨ ਚੁੱਪ ਰਹਿੰਦਾ, ਸਾਰੀਆਂ ਗੱਲਾਂ ਮੰਨਦਾ, ਤੇ ਉਹ ਜ਼ਿਆਦਾ ਵਧੀਆ ਹੈ। ਚੁੱਪ ਰਹਿਣ ਵਾਲਾ ਦੁਕਾਨਦਾਰ ਦਿਲ ਦਾ ਚੰਗਾ ਏ, ਵੱਧ ਬੋਲਣ ਵਾਲਾ ਤੁਹਾਨੂੰ ਕਵਾੜ ਵੇਚੂਗਾ। ਸਤਿਨਾਮ। ਉਹਨੇ ਚੀਜ਼ਾਂ ਹੀ ਤੁਹਾਨੂੰ ਉਹ ਵਿਖਾਉਣੀਆਂ ਜਿਹੜਾ ਸਟਾਕ ਪੁਰਾਣਾ ਪਿਆ ਨਾ ਦੁਕਾਨ 'ਚ, ਨਹੀਂ ਵਿਕਦਾ, ਬਾਰ-ਬਾਰ ਕਿ ਭੈਣ ਜੀ ਆਹ ਲਓ, ਭਾਈ ਸਾਹਿਬ ਆਹ ਚੀਜ਼ ਲਓ, ਇਹ ਜ਼ਿਆਦਾ ਵਧੀਆ, ਚੰਗੀ ਕੁਆਲਿਟੀ। ਉਹਨੂੰ ਪਤਾ ਹੈ ਵੀ ਇਹ 'ਚ ਮੈਂ 100-200 ਡਿਸਕਾਊਂਟ ਵੀ ਕਰ ਦੂੰਗਾ, ਇਹ ਕੱਢਣਾ ਚਾਹੀਦਾ, ਪੁਰਾਣਾ ਹੈ, ਨਵਾਂ ਦੇ ਦੇਖ। ਹੁਣ ਜਦੋਂ ਇਹ ਸ਼ਾਹੂਕਾਰ ਵੇਖਿਆ, ਕਹਿੰਦੇ ਸ਼ਾਹੂਕਾਰ ਬੜਾ ਵਧੀਆ ਸੀ, ਦੇਖਣ ਨੂੰ ਲੱਗਦਾ ਕੋਈ ਧਰਮੀ ਪੁਰਸ਼ ਹੈ, ਚਿਹਰੇ ਤੋਂ ਪਤਾ ਲੱਗਦਾ। ਭਾਈ ਭਗੀਰਥ ਉਸ ਪਾਸੇ ਆਏ, ਆ ਕੇ ਦੁਕਾਨ ਦੀ ਦਹਲੀਜ਼ ਤੇ ਖੜੇ। ਸ਼ਾਹੂਕਾਰ ਨੇ ਹੱਥ ਜੋੜੇ, ਕਹਿੰਦਾ ਆਓ ਜੀ, ਜੀ ਆਇਆਂ ਨੂੰ। ਬੇਸ਼ੱਕ ਭਾਈ ਭਗੀਰਥ ਗੁਰੂ ਨਾਨਕ ਸਾਹਿਬ ਦਾ ਸੇਵਕ ਹੈ, ਪਰ ਹੈ ਚੌਧਰੀ ਹੈ, ਡੀਡਾ ਉਹੋ ਜਿਹਾ ਹੈ, ਪ੍ਰਭਾਵ ਚਿਹਰੇ ਦਾ ਉਹੋ ਜਿਹਾ ਹੀ ਹੈ। ਸ਼ਾਹੂਕਾਰ ਨੇ ਇਹਨਾਂ ਨੂੰ ਸੱਦਾ ਦਿੱਤਾ ਏ। ਮਨ ਸੁਖ ਨਾਮ ਹੁਤੋ ਜਿਸ ਕੀਰੋ, ਧਨੀ ਅਦਿਕ ਵਪਾਰਕ ਨੇਰੋ। ਇਸ ਵਪਾਰੀ ਦਾ ਨਾਮ, ਸ਼ਾਹੂਕਾਰ ਦਾ ਨਾਮ ਸੀ ਭਾਈ ਮਨ ਸੁਖ। ਲਾਹੌਰ ਸ਼ਹਿਰ ਵਿੱਚ ਬਹੁਤ ਵੱਡਾ ਧਨੀ ਵਿਅਕਤੀ ਸੀ, ਧਨਵਾਨ, ਵੱਡਾ ਵਪਾਰੀ। ਇੱਥੋਂ ਤੱਕ ਬੰਦਰਗਾਹਾਂ ਤੋਂ ਸਮਾਨ ਆਉਂਦਾ ਜਾਂਦਾ ਸੀ, ਇੰਪੋਰਟ ਐਕਸਪੋਰਟ ਦਾ ਭਾਈ ਮਨ ਸੁਖ ਦਾ ਵੱਡਾ ਕੰਮ ਸੀ। ਤੇ ਇਸੇ ਕਰਕੇ ਭਾਈ ਭਗੀਰਥ ਪੁੱਛ ਕੇ ਆਏ ਆ ਵੀ ਜਿਹਦਾ ਕੰਮ ਕਾਜ ਵੱਡਾ ਹੋਵੇ ਉਹ ਤੋਂ ਸਾਰਾ ਕੁਝ ਹੀ ਮਿਲ ਜਾਂਦਾ ਹੁੰਦਾ। ਹੁਣ ਜੇ ਤੁਸੀਂ ਕਰਿਆਨੇ ਵਾਲੀ ਦੁਕਾਨ ਤੇ ਖੜ ਕੇ ਆਖੋਗੇ ਇੰਨਾ ਸਮਾਨ ਚਾਹੀਦਾ, ਇੰਨੀਆਂ ਬੋਰੀਆਂ ਚੀਨੀ ਦਿਓ, ਕਹਿੰਦਾ ਨਾ ਜੀ, ਕਿਲੋ 2 ਕਿਲੋ ਵਾਲੀ ਗੱਲ ਕਰੋ, ਮੈਂ ਬੋਰੀਆਂ ਕਿੱਥੋਂ ਦੇ ਦਿਆਂ। ਜਿਹਦਾ ਕੰਮ ਤਗੜਾ ਹੈ, ਵੱਡਾ ਵਪਾਰ ਹੈ, ਉਹਦੇ ਕੋਲ ਜੋ ਬੋਲੋਗੇ ਸਾਰਾ ਕੁਝ ਮਿਲ ਜਾਣਾ ਹੈ। ਭਾਈ ਭਗੀਰਥ ਨੂੰ ਬੈਠਣ ਵਾਸਤੇ ਆਖਿਆ, ਉਹਨੇ ਬੜਾ ਮਾਣ ਸਤਿਕਾਰ ਕੀਤਾ, ਕਿਉਂਕਿ ਗਾਹਕ ਰੱਬ ਵਰਗਾ ਹੁੰਦਾ ਹੈ। ਬਿਠਾਇਆ ਕੋਲੇ। ਮਨ ਸੁਖ ਬੜਾ ਖੁਸ਼ ਹੈ। ਖੁਸ਼ ਇਸ ਕਰਕੇ ਹੈ ਵੀ ਰੱਬ ਦੀ ਕਿਰਪਾ ਨਾਲ ਕੰਮਕਾਰ ਬਹੁਤ ਵਧੀਆ ਚੱਲਦਾ, ਚੇਲੇ ਵੱਲ ਕੇ ਕੰਮ ਕਰਦੇ ਹੋ, ਬੈਠਾ ਬਸ ਗੋਲਕ ਦੇ ਕੋਲ ਪੈਸੇ ਗਣਦਾ। ਭਾਈ ਮਨ ਸੁਖ ਜਿਸ ਵੇਲੇ ਉਹਨੇ ਵੇਖਿਆ ਨਾ, ਸਤਿਕਾਰ ਕੀਤਾ ਭਾਈ ਭਗੀਰਥ ਦਾ। ਭਾਈ ਭਗੀਰਥ ਨੂੰ ਪੁੱਛਿਆ ਕੀ ਚਾਹੀਦਾ, ਉਹਨੇ ਪਰਚੀ ਰੱਖ ਦਿੱਤੀ, ਕਾਗਜ਼ ਸਾਹਮਣੇ ਰੱਖਿਆ ਏ। ਤਿਹ ਕੇ ਸਾਥ ਕਹੀ ਨਿਜ ਗਥਾ, ਸਰਬ ਦਰਬ ਕੋ ਲੈ ਕਰ ਹਥਾ। ਤੇ ਫਿਰ ਭਾਈ ਭਗੀਰਥ ਨੇ ਮਾਇਆ ਸਾਹਮਣੇ ਰੱਖਦੀ। ਉਦੋਂ ਇਮਾਨਦਾਰੀਆਂ ਹੁੰਦੀਆਂ ਸੀ। ਕਹਿੰਦਾ ਜੀ ਇੰਨੇ ਕੁ ਮੇਰੇ ਕੋਲ ਪੈਸੇ ਆ, ਇਹਦੇ ਹਿਸਾਬ ਦੇ ਨਾਲ ਪਰਚੀ ਪਈ ਹੈ, ਆਪਣੇ ਆਪ ਹੀ ਸਮਾਨ ਕੱਢ ਦਿਓ। ਐਸਟੀਮੇਟ ਹੈ ਨਾ, ਵਪਾਰੀ ਦੀ ਤੇ ਟਿਪਸ ਤੇ ਹੁੰਦਾ ਹੈ, ਕਿਹੜੀ ਚੀਜ਼ ਕਿੰਨੇ ਦੀ ਆ, ਕਿੰਨੀਆਂ ਕੁਆਲਿਟੀਆਂ ਨੇ, ਇੰਨੇ 'ਚ ਕਿਹੜੀ ਕਿਹੜੀ ਚੀਜ਼ ਆ ਸਕਦੀ ਹੈ। ਮਨ ਸੁਖ ਨੇ ਕਾਗਜ਼ ਚੁੱਕੇ, ਪੜ੍ਹਿਆ, ਖੁਸ਼ ਹੋਇਆ। ਖੁਸ਼ ਇਸ ਕਰਕੇ ਹੋਇਆ ਵੀ ਜਿੰਨਾ ਕੁਝ ਲਿਖਿਆ ਹੋਇਆ ਤਕਰੀਬਨ ਸਾਰਾ ਕੁਝ ਉਹਦੇ ਕੋਲ ਹੈ। ਇਹ ਕੁਝ ਘੰਟਿਆਂ ਦਾ ਕੰਮ ਹੈ। ਭਾਈ ਭਗੀਰਥ ਨੂੰ ਪੁੱਛਿਆ ਕਿੱਥੋਂ ਆਏ, ਉਹਨੇ ਦੱਸਿਆ, ਉਹਨੇ ਕਾਪੀ ਤੇ ਵੀ ਲਿਖ ਲਿਆ। ਅੱਗੇ ਲਿਖਿਆ ਜਾਂਦਾ ਸੀ ਕਿਹੜਾ ਗਾਹਕ ਕਿੱਥੋਂ ਆਇਆ, ਕੱਲ੍ਹ ਨੂੰ ਕੋਈ ਘਾਟ ਵਾਧ ਹੋ ਜੇ
ਕਿਉਂਕਿ ਉਦੋਂ ਆਧਾਰ ਕਾਰਡ ਨਹੀਂ ਸੀ ਹੁੰਦੇ, ਅੱਜ ਵਰਗੀਆਂ ਸੁਵਿਧਾਵਾਂ ਨਹੀਂ ਸੀ ਹੁੰਦੀਆਂ, ਤੇ ਚਿਹਰੇ ਲਿਖੇ ਜਾਂਦੇ ਸੀ ਲੋਕਾਂ ਦੇ, ਪਿੰਡ ਕਿਹੜਾ ਹੈ, ਨਗਰ ਕਿਹੜਾ, ਕਿਹਦਾ ਪੁੱਤਰ ਹੈ, ਕਿਉਂ ਆਏ। ਭਾਈ ਮਨਸੁਖ ਨੇ ਚਿਹਰਾ ਪੜ੍ਹਿਆ, ਭਾਈ ਭਗੀਰਥ ਨਾਲ ਗੱਲਬਾਤ ਕੀਤੀ, ਕਹਿੰਦੇ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਭਾਈ ਭਗੀਰਥ ਦੀਆਂ। ਲਾਲਚ ਨਹੀਂ ਹੈ, ਜੋ ਗੁਰੂ ਨਾਨਕ ਸਾਹਿਬ ਦਾ ਸੇਵਕ ਲਾਲਚੀ ਹੋਊਗਾ, ਸਾਦਗੀ ਵਾਲਾ ਸੀ। ਕਹਿੰਦੇ ਉਹਦੀਆਂ ਗੱਲਾਂ ਖਿੱਚਦੀਆਂ ਸੀ ਭਾਈ ਭਗੀਰਥ ਦੀਆਂ। ਬੰਦਗੀ ਸੀ ਅਸਲ 'ਚ ਜੀਵਨ 'ਚ, ਤਿਆਗ ਸੀ ਬਹੁਤ ਵੱਡਾ, ਸਬਰ ਸੰਤੋਖ ਬਹੁਤ ਵੱਡਾ ਸੀ। ਜਿਸ ਵਿਅਕਤੀ ਨੇ ਮਾਇਆ ਏਦਾਂ ਰੱਖਦੀ ਸਾਹਮਣੇ, ਕਿੱਡਾ ਜਿਗਰਾ ਹੋਣਾ। ਇੱਥੇ ਤੇ ਮੇਰੇ ਵਰਗਾ ਸਮਾਨ ਲੈ ਕੇ ਪਤਾ ਹੁੰਦਾ ਵੀ ਇੰਨੇ ਹਜ਼ਾਰ ਦਾ ਬਣ ਗਿਆ, ਉਹਨੂੰ ਦੁਕਾਨਦਾਰ ਨੂੰ ਤੋੜੀ ਜਾਣਗੇ, ਘੱਟ ਕਰ ਲਾ ਯਾਰ, ਉੱਥੋਂ ਇੰਨੇ ਦਾ ਮਿਲਦਾ ਸੀ, ਲੁੱਟ ਬਚਾਈ ਹੈ ਤੂੰ, ਠੀਕ ਠੀਕ ਲਾ ਲਾ। ਅਗਲਾ ਕਹਿੰਦਾ ਚੱਲ 500 ਘੱਟ ਦੇ। ਕਿਤੇ ਨਾ ਕਿਤੇ ਰੱਬ ਨਾਲ ਜੁੜ ਕੇ ਵੀ ਅਸੀਂ ਇਹ ਗੱਲਾਂ ਕਰ ਜਾਂਦੇ ਹਾਂ। ਪਰ ਭਾਈ ਭਗੀਰਥ ਐਡੀ ਰੱਜੀ ਨੂੰ ਮਾਇਆ ਰੱਖ ਕੇ ਸਾਹਮਣੇ ਆਖਦੇ, ਕਹਿੰਦੇ ਜੀ ਇੰਨੀ ਕਮਾਇਆ ਦੇ ਹਿਸਾਬ ਨਾਲ ਇੰਨਾ ਸਮਾਨ ਚਾਹੀਦਾ। ਕਹਿੰਦੇ ਜੀ ਮੈਨੂੰ ਬੜੇ ਖੁਸ਼ ਹੋਏ, ਨੌਕਰਾਂ ਨੂੰ ਹੁਕਮ ਕੀਤਾ ਆਹ ਚੀਜ਼ਾਂ ਕੱਢ ਦਿਓ, ਰਾਸ਼ਨ, ਆਟਾ, ਲੂਣ, ਦਾਲਾਂ, ਚਾਵਲ, ਜੋ ਕੁਝ ਵਿਆਹ ਵਿੱਚ ਚਾਹੀਦਾ, ਵਧੀਆ ਵਧੀਆ ਕੱਪੜੇ, ਵਧੀਆ ਬਰੀਆਂ, ਕਿਉਂਕਿ ਭਾਈ ਮਰਦਾਨਾ ਜੀ ਦੀ ਬੇਟੀ ਨੂੰ ਦਾਜ ਵੀ ਤੇ ਦੇਣਾ ਹੈ। ਚਲੋ ਅੱਜ ਦੇ ਸਮੇਂ ਦਾਜ ਇੱਕ ਪ੍ਰਥਾ ਕੋਡ ਬਣ ਗਿਆ, ਉਹਨਾਂ ਸਮਿਆਂ 'ਚ ਲੋੜਾਂ ਹੁੰਦੀਆਂ ਸੀ ਲੋਕਾਂ, ਕਿਉਂ ਸਾਰੇ ਅਮੀਰ ਨਹੀਂ ਸੀ ਹੁੰਦੇ। ਨਵਾਂ ਘਰ ਵਸਦਾ ਸੀ, ਕੁਝ ਮੁੰਡੇ ਵਾਲੇ ਦਿੰਦੇ ਸੀ, ਕੁਝ ਧੀ ਵਾਲੇ ਦੇ ਦਿੰਦੇ ਸੀ, ਜੋ ਤੇ ਲਾਲਚ ਚੱਲਦਾ ਵੀ ਜੇ ਦਾਜ ਨਹੀਂ ਦੇਣਾ ਘੱਟੋ ਘੱਟ 70 ਲੱਖ ਦਾ ਪੈਲਸ ਕਰੋ, ਦਿਖਾਵਾ ਕਰੋ। ਕਿਉਂਕਿ ਡਰਾਮੇ ਹੈ, ਹੰਕਾਰ ਹੈ। ਭਾਈ ਭਗੀਰਥ ਦੇ ਨਾਲ ਜਦੋਂ ਬਚਨ ਹੋਏ, ਗੱਲਾਂ ਬਾਤਾਂ ਹੋਈਆਂ, ਭਾਈ ਮਨਸੁਖ ਮਿਲ ਕੇ ਬੜਾ ਖੁਸ਼ ਹੋਇਆ ਏ। ਬਿਹਾਲ ਸੋਜ ਕਾਗਦ ਪਰ ਜੀਤੀ, ਆਪ ਸਰਬ ਲੈ ਦੀਜੈ ਤੀਤੀ। ਭਾਈ ਭਗੀਰਥ ਆਖਣ ਲੱਗੇ, ਕਹਿੰਦੇ ਜੀ ਮੈਂ ਅਣਜਾਣ ਆ, ਪਹਿਲੀ ਵਾਰ ਇਸ ਪਾਸੇ ਤੁਹਾਡੀ ਦੁਕਾਨ ਤੇ ਆਇਆ, ਕਿਰਪਾ ਕਰੋ, ਜੇ ਤਰਸ ਕਰੋ ਮੈਨੂੰ ਸਾਰੀਆਂ ਚੀਜ਼ਾਂ ਤੁਸੀਂ ਲੈ ਦਿਓ, ਮਦਦ ਕਰ ਦਿਓ ਇੰਨੀ। ਅੱਗੇ ਇਨਸਾਨੀਅਤ ਦੇ ਨਾਤੇ ਲੋਕ ਮਦਦ ਕਰਦੇ ਸੀ। ਮਨਸੁਖ ਕਹਿੰਦਾ ਜੀ ਚਿੰਤਾ ਨਾ ਕਰੋ, ਤੁਹਾਨੂੰ ਸਾਰਾ ਕੁਝ ਦੇ ਦਿਆਂਗੇ, ਅੱਜ ਹੀ ਮਿਲ ਜੂ ਸਾਰਾ ਕੁਝ। ਬੜੇ ਖੁਸ਼ ਹੋਏ ਭਾਈ ਭਗੀਰਥ ਵੀ ਮੇਰੇ ਪਾਤਸ਼ਾਹ ਨੇ ਤੇ ਕਿਹਾ ਵੀ ਤੂੰ ਕੱਲ ਤੱਕ ਆ ਜੀ ਅੱਜ ਸਾਰਾ ਸਮਾਨ ਇਹਦੇ ਕੋਲ ਮਿਲ ਗਿਆ, ਮੈਂ ਸਵੇਰੇ ਵਾਪਸ ਸੁਲਤਾਨਪੁਰ ਲੋਧੀ ਪੁੱਜ ਜਾਣਾ ਏ। ਏਕ ਨਿਸਾ ਬਸ ਹੋ ਇਸ ਨਗਰਾ, ਤੂਰਨ ਕਰੀਏ ਕਾਰਜ ਸਗਰਾ। ਥੋੜੀ ਦੇਰ ਗੱਲਾਂ ਬਾਤਾਂ ਚੱਲੀਆਂ, ਕਿਉਂਕਿ ਮਨਸੁਖ ਨੂੰ ਭਾਈ ਭਗੀਰਥ ਨਾਲ ਗੱਲ ਕਰਕੇ ਚੰਗਾ ਲੱਗ ਰਿਹਾ, ਉਹ ਬੰਦਗੀ ਵਾਲੀ ਰੂਹ ਹੈ। ਚਿੱਤ ਕਰਦਾ ਸੀ ਬਈ ਕਿ ਗੱਲਾਂ ਕਰਾਂ, ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਥੋੜੀ ਦੇਰ ਬਾਅਦ ਭਾਈ ਭਗੀਰਥ ਨੇ ਥੋੜੀ ਜਿਹੀ ਚਿੰਤਾ ਜ਼ਾਹਰ ਕੀਤੀ, ਕਹਿੰਦੇ ਜੇ ਕਿਰਪਾ ਕਰੋ ਮੈਂ ਅੱਜ ਦੀ ਰਾਤ ਹੀ ਇੱਥੇ ਰੁਕਣਾ, ਸਵੇਰੇ ਵਾਪਸ ਚਲੇ ਜਾਣਾ, ਜੇ ਸਾਰਾ ਹੀ ਸਮਾਨ ਅੱਜ ਮਿਲ ਜੇ ਮੈਨੂੰ। ਮਨਸੁਖ ਨੇ ਨਜ਼ਰ ਭਰ ਕੇ ਵੇਖੀ, ਕਿਉਂ ਕਿਤੇ ਨਾ ਕਿਤੇ ਕੋਈ ਗੱਲ ਸੀ, ਕੋਈ ਅੰਦਰ ਚਿੰਤਤ ਸੀ ਮਨਸੁਖ ਕਿਸੇ ਗੱਲ ਤੋਂ, ਅਜੇ ਤੱਕ ਨਹੀਂ ਸੀ ਬੋਲਿਆ। ਪਰ ਜਿਸ ਵੇਲੇ ਭਾਈ ਭਗੀਰਥ ਨੇ ਕਹਿ ਦਿੱਤਾ ਵੀ ਮੈਂ ਸਿਰਫ ਇੱਕ ਰਾਤ ਦਾ ਹੀ ਪ੍ਰਾਹੁਣਾ ਇਸ ਨਗਰ ਦੇ ਵਿੱਚ, ਚਲਿਆ ਜਾਣਾ, ਭਾਵੇਂ ਮਿਲੇ ਕੁਝ ਨਾ ਮਿਲੇ, ਮੈਂ ਫਿਰ ਵਾਪਸ ਆਉਣਾ ਨਹੀਂ। ਸੁਣ ਕਰ ਮਨ ਸੁਖ ਤੇ ਸਨਮਾਨਾ, ਨਿਕਟ ਬਿਠਾਇਓ ਬਚਨ ਬਖਾਨਾ। ਇਹ ਚਿੰਤਾ ਦੇ ਬਚਨ ਭਾਈ ਭਗੀਰਥ ਜੀ ਦੇ ਸੁਣ ਕੇ ਮਨਸੁਖ ਨੂੰ ਲੱਗਿਆ ਵੀ ਕਿਸੇ ਰਾਜੇ ਮਹਾਰਾਜੇ ਦਾ ਵਜ਼ੀਰ ਹੋਣਾ, ਕੋਈ ਵੱਡਾ ਵਿਅਕਤੀ ਹੈ ਜਿਹਦੇ ਕੋਲ ਸਮਾਂ ਹੀ ਨਹੀਂ ਹੈ। ਅਮੀਰ ਬੰਦੇ ਕੋਲ ਕੀ ਹੁੰਦਾ, ਪੈਸਾ ਨਹੀਂ ਹੁੰਦਾ, ਸਿਰਫ ਸਮਾਂ ਨਹੀਂ ਹੁੰਦਾ ਉਹਦੇ ਕੋਲ। ਜਦ ਮਰਜ਼ੀ ਮਿਲਣ ਚੱਲ ਜਾਓ, ਟਾਈਮ ਹੀ ਨਹੀਂ ਮਿਲਦਾ ਹੀ ਨਹੀਂ ਉਹਦੇ ਕੋਲ। ਆਪਣੇ ਪਰਿਵਾਰ ਲਈ ਸਮਾਂ ਨਹੀਂ। ਮਾਇਆ ਦਾ ਕੀ ਹੈ, ਮਾਇਆ ਤਾਂ ਨੱਚਣ ਵਾਲਿਆਂ ਕੋਲ ਬੜੀ ਹੈ। ਪਰ ਅਮੀਰੀ ਦੀ ਨਿਸ਼ਾਨੀ ਵਕਤ ਨਹੀਂ ਹੈ, ਆਪਣੇ ਲਈ ਤੇ ਆਪਣੇ ਰਿਸ਼ਤਿਆਂ ਲਈ ਮਸ਼ੀਨ ਹੈ ਸਿਰਫ, ਕੋਈ ਭਾਵਨਾ ਨਹੀਂ ਹੈ। ਮਨਸੁਖ ਨੇ ਬੜੇ ਪਿਆਰ ਨਾਲ ਕੋਲ ਬਿਠਾਇਆ, ਦੁੱਧ ਪਾਣੀ ਛਕਾਇਆ, ਦੁਕਾਨ ਤੇ ਬਿਠਾ ਕੇ ਕਹਿੰਦੇ ਜੀ ਐਸਾ ਕੀ ਹੈ, ਤੁਸੀਂ ਇੱਕ ਰਾਤ ਦਾ ਜ਼ਿਕਰ ਕੀਤਾ ਵੀ ਮੈਂ ਅੱਜ ਰਾਤ ਰਹਿ ਕੇ ਸਵੇਰੇ ਚਲੇ ਜਾਣਾ, ਕੋਈ ਮਜਬੂਰੀ ਹੋਣੀ, ਗੱਲਬਾਤ ਹੋਊਗੀ, ਮੈਨੂੰ ਵੀ ਜ਼ਰੂਰ ਦੱਸੋ। ਅਬ ਪਰ ਦੋਖ ਭੀ ਕਰੋ ਨਵੇਸਾ, ਭੋਰ ਹੋਤ ਲੋ ਵਸਤੂ ਸੋ ਦੇਸਾ। ਤੇ ਫਿਰ ਭਾਈ ਮਨਸੁਖ ਕਹਿੰਦੇ ਜੀ ਅੱਜ ਮੈਂ ਤੁਹਾਨੂੰ ਵਸਤੂਆਂ ਕਢਾ ਦਿੰਨਾ, ਸਵੇਰ ਹੁੰਦਿਆਂ ਤੱਕ ਤੁਹਾਡੀਆਂ ਸਾਰੀਆਂ ਪੂਰੀਆਂ ਕਰਾ ਦੇਵਾਂਗਾ। ਅੱਜ ਤੇ ਨਿਕਲਣਗੇ ਪਦਾਰਥ, ਵਿਆਹ ਦਾ ਸਮਾਨ ਹੈ, ਕੋਈ ਮਾੜਾ ਮੋਟਾ ਕੀ ਪਤਾ ਕਿੰਨੇ ਗੱਡੇ ਭਰ ਜਾਣੇ, ਵੀ ਸਵੇਰ ਹੁੰਦਿਆਂ ਗਿਣਤੀ ਮਿਣਤੀ ਕਰਕੇ ਮੈਂ ਤੁਹਾਨੂੰ ਇੱਥੋਂ ਤੋਰ ਦਿਆਂਗਾ। ਗੱਲ ਸੁਣੀ ਭਾਈ ਭਗੀਰਥ ਨੂੰ ਠੀਕ ਲੱਗੀ, ਪਰ ਕਿਤੇ ਨਾ ਕਿਤੇ ਅੰਦਰ ਕੋਈ ਚਿੰਤਾ ਲੱਗੀ ਹੋਈ ਸੀ ਵੀ ਗੁਰੂ ਸਾਹਿਬ ਨੇ ਕਿਹਾ
ਇੱਕ ਰਾਤ ਰਹਿ ਕੇ ਦੂਜਾ ਦਿਨ ਇੱਥੇ ਵਾਪਸ ਆ ਜਾਈਏ। ਦੁਕਾਨਦਾਰ ਹੈ, ਮੇਰੇ ਵਰਗੇ ਦੇ ਕੋਲ ਪਤਾ ਨਹੀਂ ਕਿੰਨੇ ਆਉਂਦੇ ਆ, ਕਿਤੇ ਉਹੀ ਕੰਮ ਨਾ ਕਰਨ ਵੀ ਗੱਲਾਂ ਨਾਲ ਤੇ ਆਖੀ, ਕਿਉਂਕਿ ਦੁਕਾਨਦਾਰ ਨਾਲ ਇੱਕ ਹਿਸਾਬ ਹੁੰਦਾ ਹੈ, ਜਦ ਉਹਨੇ ਪੈਸੇ ਲੈਣੇ ਹੋਣ ਨਾ ਚੀਜ਼ ਦੇ ਕੇ ਉਹ ਤੁਹਾਡੇ ਅੱਗੇ ਪਿੱਛੇ ਫਿਰੇਗਾ। ਜਦ ਤੁਸੀਂ ਚੀਜ਼ ਵਾਪਸ ਕਰਨ ਆਓ, ਉਹ ਸਿਆਣਦਾ ਹੀ ਨਹੀਂ ਕੌਣ ਹੋ ਤੁਸੀਂ, ਉਹਦੇ ਕੋਲ ਟਾਈਮ ਨਹੀਂ ਹੋਏਗਾ ਤੁਹਾਡੇ, ਕਿਉਂਕਿ ਉਹਨੇ ਆਪਣਾ ਜੋ ਵਟਣਾ ਸੀ ਵਟ ਲਿਆ। ਹੁਣ ਤੁਸੀਂ ਜਿੱਥੇ ਜਿਹੜੀ ਮਰਜ਼ੀ ਵਟਦੇ ਫਿਰੋ, ਉਹਦੇ ਕੀ ਲੈਣਾ। ਕਿਤੇ ਨਾ ਕਿਤੇ ਭਾਈ ਭਗੀਰਥ ਸੋਚਦੇ ਆ ਵੀ ਇਹ ਕੰਮ ਨਾ ਹੋਵੇ ਅੱਜ ਕੱਲ ਕਰੀ ਜਾਵੇ, ਮੈਨੂੰ ਆਖੇ ਦੀ ਥੋੜਾ ਜਿਹਾ ਸਮਾਨ ਰਹਿ ਗਿਆ, ਹੁਣ ਤੁਸੀਂ ਇੱਕ ਰਾਤ ਹੋਰ ਰਹਿ ਜਾਓ। ਦੁਕਾਨਦਾਰ ਨੇ 100 ਗਾਹਕ ਆਉਂਦਾ ਹੈ, ਸਭ ਨੂੰ ਅਟੈਂਡ ਕਰਨਾ ਹੁੰਦਾ ਹੈ। ਬੜੀਆਂ ਗੱਲਾਂ ਰਹਿ ਵੀ ਜਾਂਦੀਆਂ, ਸਕਿਪ ਵੀ ਹੋ ਜਾਂਦੀਆਂ। ਭਾਈ ਭਗੀਰਥ ਜੀ ਉਸ ਗੱਲ ਨੂੰ ਸ਼ੋਰ ਕਰਨਾ ਚਾਹੁੰਦੇ ਆ ਵੀ ਜੋ ਸਵੇਰ ਹੁੰਦਿਆਂ ਤੱਕ ਸਮਾਨ ਮਿਲੂ, ਸੱਚਮੁੱਚ ਮਿਲ ਜਾਊਗਾ। ਇਹ ਤਾਂ ਨਹੀਂ ਆ ਵੀ 2-4 ਚੀਜ਼ਾਂ ਆਖੇ ਜੀ ਤੁਹਾਨੂੰ ਅੱਜ ਰੁਕਣਾ ਪੈਣਾ, ਚੀਜ਼ਾਂ ਨਹੀਂ ਮਿਲਦੀਆਂ। ਉਹਨਾਂ ਫੇਰ ਪੁੱਛਿਆ, ਕਿਉਂਕਿ ਗੁਰੂ ਦਾ ਬਚਨ ਕਮਾਉਣਾ ਹੈ, ਸਤਿਗੁਰ ਦਾ ਬਚਨ ਪਹਿਲੀ ਵਾਰ ਐਡਾ ਵੱਡਾ ਹੋਇਆ, ਉਹਨੂੰ ਪਾਲ ਕੇ ਵਿਖਾਉਣਾ, ਇਹ ਸੇਵਕ ਦਾ ਫਰਜ਼ ਹੈ। ਸੋ ਕਾਗਦ ਪੁਨ ਪਠਿਓ ਵਿਚਾਰੀ, ਅਵਰ ਵਸਤ ਸਭ ਹੋਏ ਤਿਆਰੀ। ਮਨ ਸੁਖ ਨੇ ਸਾਰਾ ਕਾਗਜ਼ ਪੜਿਆ, ਅੰਡਰਲਾਈਨ ਸਾਰੀਆਂ ਚੀਜ਼ਾਂ ਕਰ ਲਈਆਂ, ਆਖਣ ਲੱਗੇ ਮਿਲ ਸਾਰਾ ਕੁਝ ਜਾਊਗਾ, ਇੱਕ ਚੀਜ਼ ਨਹੀਂ ਮਿਲਣੀ। ਚਿੰਤਾ ਵੱਧ ਗਈ ਭਾਈ ਭਗੀਰਥ ਵੀ ਸਾਰਾ ਕੁਝ ਤੇ ਮਿਲ ਜੂ ਸਵੇਰ ਹੁੰਦਿਆਂ ਤੱਕ, ਪਰ ਇੱਕ ਚੀਜ਼ ਨਹੀਂ ਮਿਲਣੀ। ਇਹ ਬੜਾ ਔਖਾ ਹੈ। ਪੁੱਛਦੇ ਹੱਥ ਜੋੜ ਕੇ, ਕਹਿੰਦੇ ਐਸਾ ਕੀ ਹੈ ਜੀ ਜੋ ਤੁਹਾਡੇ ਕੋਲ ਨਹੀਂ ਮਿਲ ਸਕਦਾ? ਐਸਾ ਕੀ ਹੈ ਜੋ ਸਵੇਰ ਹੁੰਦਿਆਂ ਤੱਕ ਮੈਨੂੰ ਪ੍ਰਾਪਤ ਨਹੀਂ ਹੋਣਾ? ਬਿਲਮ ਲੱਗੇ ਕਰਵਾਵਤ ਚੂੜਾ, ਜੋ ਲਿਓ ਚਾਹਤ ਹੈ ਰੂੜਾ। ਭਾਈ ਭਗੀਰਥ ਦੇ ਪੁੱਛਣ ਤੋਂ ਬਾਅਦ ਥੋੜੀ ਜੀ ਚਿੰਤਾ ਜ਼ਾਹਰ ਕਰਦੇ ਕਰਦੇ ਮਨ ਸੁਖੀ ਆਖਣ ਲੱਗੇ, ਕਹਿੰਦੇ ਹਰ ਚੀਜ਼ ਤੁਹਾਨੂੰ ਕੱਲ ਦੀ ਥਾਂ ਅੱਜ ਮਿਲ ਜੂ, ਸਿਰਫ ਇੱਕ ਸੋਨੇ ਦਾ ਚੂੜਾ ਨਹੀਂ ਤੁਹਾਨੂੰ ਮਿਲਣਾ, ਬਣਾਉਣਾ ਪੈਣਾ। ਇੱਕ ਹੱਥ ਦਾ ਸਾਈਜ਼, ਦੂਜਾ ਸ਼ਗਨਾਂ ਦਾ ਡਿਜ਼ਾਈਨ। ਹੁਣ ਉਹ ਜਿਹੜੇ ਚੂੜੇ ਸੋਨੇ ਦੇ ਆ, ਪਿਓਰ ਸੋਨਾ ਨਹੀਂ ਸੀ ਹੁੰਦਾ, ਉਹਨਾਂ ਦੇ ਵਿੱਚ ਗੈਂਡੇ ਦੀ ਚਮੜੀ ਹੁੰਦੀ ਸੀ ਮਿਕਸ ਕਰਕੇ। ਵੱਧ ਤੋਂ ਵੱਧ ਜੇ ਉਹ ਬਣਨਾ 48 ਘੰਟਿਆਂ 'ਚ ਬਣੂਗਾ, 2 ਦਿਨਾਂ 'ਚ ਬਣੂਗਾ। ਭਾਈ ਮਨਸੁਖ ਕਹਿਣ ਲੱਗੇ ਜੀ ਸਾਡਾ ਸੋਨੇ ਦਾ ਕੰਮਕਾਰ ਤੇ ਹੈ ਨਹੀਂ, ਚਲੋ ਹੈ ਸਾਡੇ ਮਿੱਤਰ ਨੇ ਸਾਰੇ, ਮਿਲ ਤੁਹਾਨੂੰ ਮੇਰੀ ਦੁਕਾਨ ਤੋਂ ਜਾਊਗਾ, ਪਰ ਉਡੀਕਣਾ ਪੈਣਾ 1 ਜਾਂ 2 ਦਿਨ। ਸੋਨੇ ਦਾ ਚੂੜਾ ਐਡੀ ਛੇਤੀ ਬਣ ਨਹੀਂ ਸਕਦਾ। ਤਬੇ ਭਗੀਰਥ ਬੋਲਿਓ ਬਾਣੀ, ਸੁਣੋ ਸ਼ਾਹੋ ਵਿਪਰੀਤ ਕਹਾਣੀ। ਭਾਈ ਭਗੀਰਥ ਹੁਣ ਤੱਕ ਬੜੇ ਖੁਸ਼ ਸਨ, ਜਦੋਂ ਇਹ ਬਚਨ ਸੁਣਿਆ ਚਿੰਤਤ ਹੋ ਗਏ, ਫਿਕਰ ਪੈ ਗਿਆ। ਕਹਿੰਦੇ ਮਨਸੁਖ ਜੀ ਆ ਤੁਸੀਂ ਕੀ ਕਹਿਤਾ, ਮੈਂ ਇਦਾਂ ਨਹੀਂ ਕਰ ਸਕਦਾ, ਮੈਂ ਇਸ ਗੱਲ ਨਾਲ ਸਮਝੌਤਾ ਨਹੀਂ ਕਰ ਸਕਦਾ। ਹੁਣ ਵੇਖੋ ਇਹਨਾਂ ਨੇ ਆਪਣੀ ਮਜਬੂਰੀ ਦੱਸ ਦਿੱਤੀ, ਉਹਨਾਂ ਨੇ ਆਪਣੀ ਦੱਸਤੀ, ਪਰ ਅਜੇ ਵੀ ਦੋਨਾਂ ਦੇ ਵਿੱਚ ਇਸ ਕਾਰਨ ਦਾ ਨਹੀਂ ਪਤਾ ਲੱਗਿਆ ਮਨਸੁਖ ਨੂੰ ਵੀ ਐਡੀ ਜਿਹੜੀ ਗੱਲ ਹੈ ਵੀ ਜਿਹੜਾ ਬੰਦਾ ਕਹਿੰਦਾ ਹੈ ਵੀ ਮੈਂ ਇੱਕ ਰਾਤ ਤੋਂ ਵੱਧ ਰੋਕ ਨਹੀਂ ਸਕਦਾ, ਕੋਈ ਤੇ ਮਜਬੂਰੀ ਹੋਣੀ, ਉਹਦੇ ਦਿਲ 'ਚ ਚੱਲਦਾ ਕਿ ਪੁੱਛਾਂ ਤੇ ਸਹੀ ਨੂੰ ਐਸਾ ਕੀ ਹੈ। ਪਰ ਉਹਨੇ ਸਪਸ਼ਟ ਕਹਿ ਦਿੱਤਾ ਜੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਵੀ 2 ਦਿਨ ਲੱਗ ਸਕਦੇ, ਮਤਲਬ ਤੁਹਾਨੂੰ 2 ਰਾਤਾਂ ਹਰ ਹਾਲ ਵਿੱਚ ਲਾਹੌਰ 'ਚ ਰਹਿਣਾ ਪੈਣਾ ਏ। ਦੂਜੀ ਨਿਸ਼ਾ ਰਹੋ ਜੇ ਨਗਰਾ, ਬਾਦ ਜਨਮ ਜਾਵੇ ਮੁਝ ਸਗਰਾ। ਜਦੋਂ ਮਨਸੁਖ ਜੀ ਨੇ ਆਖਿਆ ਸ਼ਾਹੂਕਾਰ ਨੇ ਵੀ ਤੁਹਾਨੂੰ ਹਰ ਹਾਲ ਵਿੱਚ ਦੂਜੀ ਰਾਤ ਰਹਿ ਕੇ ਹੀ ਚੂੜਾ ਪ੍ਰਾਪਤ ਹੋਣਾ ਹੈ, ਉਹ ਵੀ ਜੇ ਮੈਂ ਕੋਸ਼ਿਸ਼ ਕਰਾਂ ਤੁਹਾਡੇ ਲਈ ਤਾਂ ਦੂਜੀ ਰਾਤ ਰਹਿਣਾ ਪੈਣਾ, ਵਰਨਾ ਇਹਨੂੰ 4 ਤੋਂ 5 ਦਿਨ ਲੱਗ ਜਾਣਗੇ। ਜੇ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ, ਮੈਂ ਨੇੜੇ ਹੋ ਕੇ 2 ਦਿਨ 'ਚ ਕਰਾ ਦਿਆਂਗਾ। ਭਾਈ ਭਗੀਰਥ ਜੀ ਦੇ ਨੇਤਰ ਭਰ ਗਏ। ਪਤਾ ਕੀ ਕਹਿੰਦੇ ਸ਼ਾਹੂਕਾਰ ਜੀ, ਜੇ ਮੈਂ ਨਾ ਚਾਹ ਕੇ ਵੀ ਦੂਜੀ ਰਾਤ ਲਾਹੌਰ ਸ਼ਹਿਰ ਵਿੱਚ ਰਹਿ ਗਿਆ ਨਾ, ਮੇਰਾ ਜੀਵਨ ਬਰਬਾਦ ਹੋ ਜਾਏਗਾ, ਸਤਿਨਾਮ ਬਰਬਾਦ, ਨਿਸ਼ਫਲ ਹੋ ਜਾਏਗਾ। ਮਤਲਬ ਮੈਂ ਆਪਣਾ ਜਨਮ ਗਵਾ ਲਿਆ। ਜਦੋਂ ਕਹਿੰਦੇ ਇਹ ਗੱਲ ਸੁਣੀ, ਮਨਸੁਖ ਸ਼ਾਹੂਕਾਰ ਫਿਕਰਮੰਦ ਹੋਇਆ ਵੀ ਐਸਾ ਕੀ ਹੈ ਇਸ ਇਨਸਾਨ ਦੀ ਮਜਬੂਰੀ ਵੀ ਜਿਹੜਾ ਜੇ ਇੱਕ ਦਿਨ ਸ਼ਹਿਰ 'ਚ ਰਹਿ ਗਿਆ ਨੁਕਸਾਨ ਹੋ ਜਾਏਗਾ। ਪੁੱਛਣਾ ਚਾਹੁੰਦਾ ਸੀ ਕਿਉਂਕਿ ਉਹ ਚਿੰਤਾ ਸਾਫ਼ ਭਗੀਰਥ ਜੀ ਦੇ ਚਿਹਰੇ ਤੋਂ ਝਲਕਦੀ ਹੈ। ਕਹੋ ਸ਼ਾਹੋ ਕੋ ਜਾ ਕੋ ਕਾਰਨ, ਔਰ ਸੰਸੈ ਪਾ ਕਰੋ ਨਿਵਾਰਨ। ਆਖਣ
ਆਖਰਕਾਰ ਭਾਈ ਮਨਸੁਖ ਨੇ ਹੱਥ ਜੋੜ ਕੇ ਪੁੱਛਿਆ, ਕਹਿੰਦੇ ਜੀ ਮਾਫ ਕਰਿਓ, ਮੈਂ ਤੁਹਾਡੀ ਚਿੰਤਾ ਜਾਣ ਸਕਦਾ, ਕਿਉਂਕਿ ਤੁਹਾਡੀ ਹਾਲਤ ਵੇਖ ਮੈਨੂੰ ਚਿੰਤਾ ਹੋ ਗਈ, ਮੈਨੂੰ ਚਿੰਤਾ। ਤੁਸੀਂ ਪਤਾ ਨਹੀਂ ਕਿੱਥੋਂ ਆਏ ਹੋ, ਔਰ ਤੁਸੀਂ ਕਹਿ ਰਹੇ ਹੋ ਵੀ ਸਮਾਨ ਵੀ ਸਾਰਾ ਵਿਆਹ ਦਾ ਚਾਹੀਦਾ, ਔਰ ਧੀ ਦੇ ਵਿਆਹ ਦਾ ਸਮਾਨ ਹੈ। ਮਨਸੁਖ ਨੂੰ ਇਹ ਫਿਕਰ ਹੋ ਗਿਆ ਵੀ ਕਿਤੇ ਇੱਕ ਮਜਬੂਰ ਧੀ ਦਾ ਪਿਓ ਤੇ ਨਹੀਂ, ਕਿਤੇ ਨਾ ਹੋਵੇ ਚੂੜੇ ਪਿੱਛੇ ਘਰੇ ਬਰਾਤ ਮੁੜ ਜੇ। ਹੁੰਦਾ ਸੀ, ਅੱਜ ਵੀ ਹੁੰਦਾ, ਜਿੱਥੇ ਲਾਲਚ ਆ ਜੇ ਜੀ ਉੱਥੇ ਕੀ ਕੋਈ ਕਰ ਸਕਦਾ। ਲੋਕ ਸਮਾਨ ਧਰਿਆ ਪਿਆ ਰਹਿ ਜਾਂਦਾ, ਸਭ ਕੁਝ ਚਾਹ ਰਹਿ ਜਾਂਦੇ ਆ। ਲਾਲਚੀ ਬੰਦਾ ਕਹਿੰਦਾ ਪਹਿਲਾਂ ਗੱਡੀ ਦੀ ਚਾਬੀ ਦਿਓ, ਤਾਂ ਬਰਾਤ ਆ ਮੌਕੇ ਤੇ। ਹੁਣ ਉਹਨਾਂ ਸਮਿਆਂ ਦੇ ਵਿੱਚ ਭਾਈ ਮਨਸੁਖ ਜਾਣਨਾ ਚਾਹੁੰਦੇ ਆ ਵੀ ਐਸੀ ਕੀ ਮਜਬੂਰੀ ਹੈ, ਐਸੀ ਕਿਹੜੀ ਚਿੰਤਾ ਏ ਜਿਸ ਕਰਕੇ ਤੁਸੀਂ ਕਹਿ ਰਹੇ ਹੋ ਮੈਂ ਅਗਲੀ ਰਾਤ ਨਹੀਂ ਰਹਿ ਸਕਦਾ ਦੂਜੀ। ਭਾਈ ਭਗੀਰਥ ਜੀ ਤੇ ਚੁੱਪ ਕਰਕੇ ਮੁੱਖ ਨੀਵਾਂ ਕਰ ਲਿਆ, ਅੰਦਰੋਂ ਅੰਦਰ ਸੋਚਦੇ ਨੇ, ਮਨਾ ਮੇਰਿਆ ਕਿਤੇ ਮੇਰੇ ਗੁਰੂ ਨਾਨਕ ਸਾਹਿਬ ਮਰਜ ਮੈਨੂੰ ਪਰਖ ਤੇ ਨਹੀਂ ਰਹੇ, ਆਖੋ ਸਤਿਨਾਮ, ਕਿਤੇ ਗੁਰੂ ਕਸਵੱਟੀ ਤੇ ਨਹੀਂ ਲਾਉਂਦੇ। ਉਹਨਾਂ ਹੁਕਮ ਕਹਿ ਕੇ ਮੈਨੂੰ ਸਪੈਸ਼ਲੀ ਭੇਜਿਆ ਵੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ, ਦੂਜੇ ਦਿਨ ਆ ਜੀ। ਪਰ ਇਹ ਮੈਨੂੰ ਮਨਸੁਖ ਸ਼ਾਹੂਕਾਰ ਕਹਿੰਦਾ ਹੈ ਵੀ ਇੱਕ ਰਾਤ ਦੇ ਵਿੱਚ ਤੁਹਾਡਾ ਚੂੜਾ ਨਹੀਂ ਬਣਨਾ ਜੀ, ਤੁਹਾਨੂੰ 2 ਰਾਤਾਂ ਹਰ ਹਾਲ ਵਿੱਚ ਕੱਟਣੀਆਂ ਪੈਣੀਆਂ, ਚੂੜਾ ਮਿਲਣਾ ਤਾਂ ਆਏ। ਪਰ ਮਰਦ ਨੇ ਇਹ ਵੀ ਕਿਹਾ ਵੀ ਸਾਰਾ ਕੁਝ ਲੈ ਕੇ ਆਈ, ਕੁਝ ਛੱਡ ਕੇ ਨਾ ਆਈ। ਕੀ ਕਰਾਂ, ਕੀ ਨਾ ਕਰਾਂ, ਚਿੰਤਾ ਦੇ ਵੇਗ ਵਿੱਚ ਡੁੱਬ ਗਏ ਨੇ। ਜੋ ਮਾਨਵ ਭੇਜੋ ਨਿਰਪਤਾਰ, ਉਚਰੇ ਜੋਨ ਜਨਮ ਹੋਏ ਬਾਦ। ਹੁਣ ਭਾਈ ਮਨਸੁਖ ਚੁੱਪਚਾਪ ਬੈਠਾ ਅੰਦਰੋਂ ਅੰਦਰ ਸੋਚਦਾ ਹੈ, ਉਹਨੂੰ ਲੱਗਦਾ ਹੈ, ਕਹਿੰਦਾ ਕਿਸੇ ਰਾਜੇ ਨੇ ਆਪਣੇ ਵੱਡੇ ਬੰਦੇ ਨੂੰ ਭੇਜਿਆ, ਵਜ਼ੀਰ ਲਾ ਲਓ, ਐਲਕਾਰ ਲਾ ਲਓ, ਸੈਨਾਪਤੀ ਸਮਝ ਲਓ, ਵੀ ਏਡਾ ਵੱਡਾ ਵਿਅਕਤੀ ਕਹਿੰਦਾ ਮੇਰਾ ਜਨਮ ਬਰਬਾਦ ਹੋ ਜਾਊਗਾ, ਮੇਰਾ ਜੀਵਨ ਬੇਅਰਥ ਚਲਿਆ ਜਾਊਗਾ। ਵੀ ਰਾਜੇ ਨੇ ਚੀਜ਼ ਮੰਗਾਈ ਹੈ ਤੇ ਜੀਵਨ ਬੇਅਰਥ ਵਾਲੀ ਕਿਹੜੀ ਗੱਲ ਹੈ? ਰਾਜਾ ਕਿਹੜਾ ਰੱਬ ਹੋ ਗਿਆ? ਮੰਨਿਆ ਵੀ ਰੱਬ ਦੇ ਘਰ ਬੰਦੇ ਨੇ ਕੋਈ ਕੋਤਾਹੀ ਕੀਤੀ, ਜੀਵਨ ਵਿਅਰਥ ਜਾ ਸਕਦਾ, ਪਰ ਮਨਸੁਖ ਸੋਚਦੇ ਆ ਇਹੋ ਜਿਹਾ ਕਿਹੜਾ ਰਾਜਾ ਹੈ ਵੀ ਜਿਹਦਾ ਇੱਕ ਦਿਨ ਹੁਕਮ ਲੇਟ ਹੋ ਗਿਆ ਤੇ ਵਿਅਕਤੀ ਦਾ ਜਨਮ ਬਰਬਾਦ ਹੋ ਜੇ, ਨਿਸ਼ਫਲ ਹੋ ਜੇ। ਮਤਲਬ ਉਹ ਆਖੇ ਜੀ ਮੇਰੇ ਮਨੁੱਖਾ ਜਨਮ ਦਾ ਫਾਇਦਾ ਹੀ ਕੋਈ ਨਹੀਂ। ਕਹਿੰਦੇ ਮਨ ਹੀ ਮਨ ਇਹ ਚੀਜ਼ ਖਾਣ ਲੱਗ ਪਈ। ਪੁੱਛੇ ਤੇ ਕਿਵੇਂ ਪੁੱਛੇ, ਕਿਉਂਕਿ ਭਾਈ ਭਗੀਰਥ ਦੀ ਦਸ਼ਾ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ। ਸੁਣੋ ਸ਼ਾਹੋ ਮਮ ਸਤਿਗੁਰ ਪੂਰਾ, ਜਾ ਕੋ ਬਚਨ ਹੋਤ ਨਹਿ ਊਰਾ। ਹੁਣ ਭਾਈ ਭਗੀਰਥ ਨੇ ਮਨਸੁਖ ਦੇ ਦਿਲ ਦੀ ਦਾਸਤਾਨ ਜਾਣ ਲਈ, ਸਿੱਖ ਵੀ ਅੰਤਰਜਾਮੀ ਆਖੋ ਸਤਿਨਾਮ। ਪਰ ਵੇਖੋ ਗੁਰੂ ਦਾ ਪਿਆਰ ਕਿੱਡਾ ਵੱਡਾ ਹੈ, ਉਹ ਮਾਣ ਨਹੀਂ ਕਰਦਾ, ਚਾਹੇ ਇੱਕ ਪਲ ਕੇ ਸਭ ਕੁਝ ਪੈਦਾ ਕਰ ਲੈ। ਭਾਈ ਭਗੀਰਥ ਨਿਮਰਤਾ, ਪਤਾ ਕੀ ਕਹਿਣ ਲੱਗਿਆ, ਸ਼ਾਹੂਕਾਰ ਜੀ ਮੈਂ ਕਿਸੇ ਰਾਜੇ ਦਾ ਵਜ਼ੀਰ ਨਹੀਂ, ਮੈਂ ਉਸ ਰਾਜਿਆਂ ਦੇ ਮਹਾਰਾਜੇ, ਦੀਨ ਦੁਨੀਆ ਦੇ ਮਾਲਕ ਗੁਰੂ ਸਤਿਗੁਰ ਦਾ ਸਿੱਖ ਹਾਂ, ਜਿਹਦਾ ਬਚਨ ਦੁਨੀਆ ਤੇ ਕੋਈ ਮੋੜ ਨਹੀਂ ਸਕਦਾ। ਆਖੋ ਸਤਿਨਾਮ। ਤੇ ਮੇਰੀ ਕੀ ਔਕਾਤ ਆ, ਮੈਂ ਆਪਣੇ ਸਤਿਗੁਰ ਦਾ ਬਚਨ ਬੋਲਾਂ। ਜਦੋਂ ਕਹਿੰਦੇ ਸਤਿਗੁਰ ਤੇ ਗੁਰੂ ਸ਼ਬਦ ਸੁਣਿਆ, ਭਾਈ ਮਨਸੁਖ ਹੱਸ ਪਿਆ, ਹੱਸਿਆ ਬੜਾ ਉਹ ਵੀ ਲੈ ਕਿਹੜੇ ਕੰਮਾਂ 'ਚ ਤੁਰਿਆ ਫਿਰਦਾ, ਕਿਹੜੀ ਦੁਨੀਆ, ਕਿਹੜੇ ਭਰਮ 'ਚ ਤੁਰਿਆ ਫਿਰਦਾ, ਕਿਹੜਾ ਗੁਰੂ, ਕਿਹੜਾ ਸਿੱਖ, ਕਿਹੜੀ ਦੁਨੀਆਦਾਰੀ। ਹੁਣ ਮਾਇਆਧਾਰੀ ਬੰਦੇ ਨੂੰ ਇਹ ਚੀਜ਼ਾਂ ਕੀ ਲੱਗਦੀਆਂ ਜੀ? ਪੈਸੇ ਵਾਲੇ ਬੰਦੇ ਨੂੰ ਆਖੋ ਵੀ ਅਰਦਾਸ ਕਰ ਲਿਆ ਕਰ ਪਾਠ, ਕਹਿੰਦਾ ਇਹ ਸਾਡੇ ਕੋਲ ਟਾਈਮ ਨਹੀਂ ਹੈ, ਤੁਹਾਡੇ ਵਿਹਲੇ ਬੰਦਿਆਂ ਦਾ ਕੰਮ ਹੈ। ਜਦੋਂ ਮੱਤ ਮਾਰੀ ਜਾਏ, ਕੋਈ ਦੁੱਖ ਪੈ ਜਾਏ, ਫਿਰ ਕਹਿੰਦਾ ਜੀ ਫਲਾਣੇ ਗੁਰਦੁਆਰੇ ਕਿੰਨੇ ਵਜੇ ਪ੍ਰਕਾਸ਼ ਹੋ ਜਾਂਦਾ, ਮੈਂ ਜਾਣਾ ਸੀ ਉੱਥੇ, ਮੇਰਾ ਦਿਲ ਕਰਦਾ ਮੈਂ ਕਥਾ ਸੁਣਾ, ਨਿਤਨੇਮ ਸੁਣਾ, ਬਾਣੀ ਪੜਾਂ। ਕਿਉਂ ਭਾਈ ਅੱਜ ਹੁਣ ਦੁਨੀਆ ਦੀ ਮਾਇਆ ਕਿੱਥੇ ਆ? ਕਹਿੰਦਾ ਕੋਈ ਮੇਰਾ ਨਹੀਂ। ਭਾਈ ਮਨਸੁਖ ਅੰਦਰੋਂ ਅੰਦਰ ਜੋ ਪੁੱਛਣਾ ਚਾਹੁੰਦਾ ਸੀ ਉਹਦਾ ਜਵਾਬ ਬਿਨਾਂ ਦੱਸਿਆ ਹੀ ਭਾਈ ਭਗੀਰਥ ਨੇ ਦਿੱਤਾ। ਕਹਿੰਦੇ ਮੇਰਾ ਸਤਿਗੁਰ ਪੂਰਾ ਹੈ, ਮੈਂ ਪੂਰੇ ਗੁਰੂ ਦਾ ਬਚਨ ਫੁੱਲ ਚੜਾਉਂਗਾ, ਮੈਂ ਉਹਨਾਂ ਦਾ ਬਚਨ ਮੋੜ ਨਹੀਂ ਸਕਦਾ। ਜਿਨ ਕੀ ਆਇਸ ਜਾਨੋ ਐਸਾ, ਦੂਜੀ ਨਿਸ ਔਰ ਰਹੋ ਨਾ ਜੈਸਾ। ਮਨਸੁਖ ਦੇ ਕੋਲ ਬੜੇ ਆਉਂਦੇ ਆ ਜੀ ਗੁਰੂ ਪੀਰ, ਵਪਾਰੀ ਹੈ, ਤੁਰੇ ਹੀ ਰਹਿੰਦਾ ਕੋਈ ਨਾ ਕੋਈ। ਉਹ ਅੰਦਰੋਂ ਅੰਦਰ ਹੱਸੇ, ਕਹਿੰਦਾ ਐਵੇਂ ਵਿਚਾਰਾ ਭੋਲਾ ਜਾ ਕਿਸੇ ਦੇ ਮਗਰ ਲੱਗਿਆ ਲੱਗਦਾ। ਚੱਲ ਮੈਂ ਇਹਨੂੰ ਸਮਝਾਵਾਂ ਵੀ ਇਹਨਾਂ ਚੱਕਰਾਂ 'ਚ ਨਹੀਂ ਪਈਦਾ। ਪਰ ਭਾਈ ਭਗੀਰਥ ਆਖਦੇ ਆ, ਕਹਿੰਦੇ ਮੇਰਾ ਸਤਿਗੁਰ ਪੂਰਾ ਹੈ, ਮੈਂ ਆਪਣੇ ਪੂਰੇ ਸਤਿਗੁਰ ਦਾ ਬਚਨ ਮੋੜ ਨਹੀਂ ਸਕਦਾ। ਤਿੰਨੇ ਕਾਲਾਂ ਦੇ ਵਿੱਚ ਸ੍ਰਿਸ਼ਟੀ ਵਿੱਚ ਉਹਨਾਂ ਦਾ ਬਚਨ ਮੋੜਨ ਵਾਲਾ ਹੈ ਹੀ ਕੋਈ ਨਹੀਂ। ਸੰਤ ਨੇ ਮੇਰੇ ਸਤਿਗੁਰ,
ਪੂਰੇ ਗੁਰੂ ਨੇ। ਉਹਨਾਂ ਨੇ ਹੁਕਮ ਕੀਤਾ, ਭਾਈ ਭਗੀਰਥ ਇੱਕ ਰਾਤ ਤੋਂ ਬਾਅਦ ਦੂਜੀ ਰਾਤ ਲਾਹੌਰ ਵਿੱਚ ਨਾ ਕੱਟੀ। ਗੁਰੂ ਦੇ ਹੁਕਮ ਦੇ ਵਿੱਚ ਹੀ ਮੇਰੀ ਭਲਾਈ ਹੈ। ਸੁਣ ਕਰ ਮਨ ਸੁਖ ਬਚਨ ਬਖਾਨਾ, ਕਲੀ ਕਾਲ ਅਤਿਸ਼ੈ ਬਲਵਾਨਾ। ਹੁਣ ਭਾਈ ਮਨਸੁਖ ਥੋੜਾ ਧਰਮ 'ਚ ਇੰਟਰਸਟ ਰੱਖਦਾ ਸੀ, ਦਿਲਚਸਪੀ ਰੱਖਦਾ ਸੀ, ਬੜਿਆਂ ਸੰਤਾਂ ਮਹੰਤਾਂ ਕੋਲ ਬਹਿੰਦਾ ਸੀ, ਪਰ ਇਹਨੂੰ ਲੱਗਦਾ ਸੀ ਵੀ ਕਿਸੇ ਦੇ ਪੱਲੇ ਕੱਖ ਹੈ ਹੀ ਨਹੀਂ। ਕਈ ਬੰਦਿਆਂ ਦੀ ਜ਼ਿੰਦਗੀ ਲੰਘ ਜਾਂਦੀ ਆ, ਉਹਨਾਂ ਨੂੰ ਬੜੇ ਸਾਧੂ ਮਹਾਤਮਾ ਗੁਰਸਿੱਖ ਮਿਲਦੇ ਆ, ਬਸ ਉਹ ਸਿਰਫ ਚੈੱਕ ਕਰਦੇ ਫਿਰੀ ਜਾਂਦੇ ਆ। ਉਹਨਾਂ ਲੈਬ ਖੋਲੀ ਹੁੰਦੀ ਵੀ ਇਹਦੇ ਕੋਲ ਕਿੰਨੀ ਕੁ ਬੰਦਗੀ ਆ, ਕਿੰਨਾ ਕੁ ਪਾਠ ਕਰਦਾ, ਅੱਲੇ ਪੱਲੇ ਕੱਖ ਨਹੀਂ ਹੁੰਦਾ। ਮਿਲਦੇ ਆ ਤੁਹਾਡੇ 'ਚ ਬੜੇ ਆ, ਇੱਧਰ ਉੱਧਰ ਬਹੁਤ ਫਿਰਦੇ ਆ, ਬਸ ਉਹ ਗੁਰਦੁਆਰੇ ਆ ਕੇ ਵੇਖਣਾ ਕਿਹੜਾ ਪਾਠ ਕਰਦਾ ਹੈ, ਕਿਹੜਾ ਸੁੱਤਾ ਪਿਆ, ਕਿਹਦੀ ਅਰਦਾਸ 'ਚ ਦਮ ਹੈ, ਕਿਹੜਾ ਕੀ ਕਰਦਾ, ਆਪਣੇ ਪੱਲੇ ਕੱਖ ਨਹੀਂ ਹੁੰਦਾ। ਬਸ ਇਹ ਕਹਿ ਲਓ ਵੀ ਚੈੱਕ ਕਰਦੇ ਫਿਰਦੇ ਆ। ਜਿਵੇਂ ਅੱਜ ਦੇ ਸਮੇਂ ਕਰੋਨਾ ਟੈਸਟ ਹੁੰਦਾ ਨਾ, ਆ ਸਾਡੀ ਕੌਮ ਦੇ ਵਿੱਚ ਧਰਮ ਟੈਸਟ ਕਰਨ ਵਾਲੇ ਟੈਸਟਰ ਬਹੁਤ ਨੇ। ਆਖੋ ਸਤਿਨਾਮ। ਹਰੇਕ ਉਹ ਲੱਗੇ ਸਿਰ ਤੁਰਿਆ ਫਿਰਦਾ, ਐਦਾਂ ਨਹੀਂ ਕੀਤਾ ਤੂੰ ਆਹ ਹੋ ਜਾਊਗਾ, ਆਪ ਰੱਬ ਰੱਖ। ਮਨਸੁਖ ਹੱਸ ਕੇ ਪਤਾ ਕੀ ਕਹਿੰਦਾ, ਉਹ ਭੋਲਿਆ ਕਲਯੁਗ ਦਾ ਜ਼ਮਾਨਾ, ਘੋਰ ਕਲਯੁਗ ਚੱਲਦਾ, ਘੋਰ। ਕਿਹੜਾ ਗੁਰੂ ਆ ਇੱਥੇ ਪੂਰਾ, ਕਿਹੜਾ ਸੰਤ ਹੈ, ਕੁਛ ਨਹੀਂ ਹੈ ਇੱਥੇ, ਸਭ ਪਖੰਡੀ ਹੋ ਰਹੇ। ਆਖੋ ਸਤਿਨਾਮ। ਭਾਈ ਭਗੀਰਥ ਸੁਣ ਰਹੇ ਆ, ਉਹ ਹੱਸੇ ਨਹੀਂ ਮਨਸੁਖ ਦੀ ਇਸ ਗੱਲ ਤੇ, ਹੈਰਾਨ ਨੇ, ਕਹਿੰਦੇ ਇਹਨੂੰ ਭੇਦ ਹੀ ਕੋਈ ਨਹੀਂ। ਪਰ ਮਨਸੁਖ ਆਪਣੀ ਥਾਂ ਤੇ ਸੱਚਾ ਹੈ, ਉਹ ਦੱਸ ਰਿਹਾ ਆਪਣੀ ਹਾਲਤ। ਕਹਿੰਦਾ ਕਲਯੁਗ ਦੇ ਵਿੱਚ ਦੱਸੋ ਪੂਰਾ ਹੈ ਕੋਈ? ਇਸ ਕਲਯੁਗ ਨੇ ਤੇ ਵੱਡਿਆਂ ਵੱਡਿਆਂ ਦੀ ਮੱਤ ਮਾਰੀ ਹੋਈ ਹੈ। ਅੱਜ ਵੀ ਜਾ ਕੇ ਵੇਖ ਲਓ, ਜਦ ਬੁੱਧੀ ਭ੍ਰਿਸ਼ਟ ਹੁੰਦੀ ਹੈ ਨਾ, ਫਿਰ ਬਾਣੀ ਪੜ੍ਹ ਕੇ ਵੇਖੋ ਮਰਦ ਕੀ ਹੈ। ਵਿਪਰੀਤ ਬੁੱਧ ਹੋ ਜਾਂਦੀ ਬੰਦੇ ਦੀ, ਜਦ ਦੁਨੀਆ ਦੇ ਮਾਇਆ ਪਦਾਰਥਾਂ 'ਚ ਜੂਝਣ ਲੱਗ ਜਾਏ, ਫਿਰ ਪੱਲੇ ਬੰਦਗੀ ਨਹੀਂ ਰਹਿੰਦੀ। ਮਨਸੁਖ ਕਹਿੰਦਾ ਅੱਜ ਦੇ ਸਮੇਂ ਪੂਰਾ ਹੈ ਕੌਣ ਹੈ, ਮੈਨੂੰ ਦੱਸ ਤੇ ਸਹੀ ਕੋਈ। ਮੈਂ ਜਿੰਨਿਆਂ ਨੂੰ ਵੇਖਿਆ ਸਭ ਪਖੰਡ ਕਰਦੇ ਫਿਰਦੇ ਨੇ। ਇਸ ਮੇਂ ਐਸੋ ਕੋਈ ਨਾ ਪੂਰਾ, ਤੂੰ ਭਾਖਤ ਜੈਸੋ ਜਸਰੂਰਾ। ਮਨਸੁਖ ਨੇ ਹੱਸ ਕੇ ਤਾੜੀ ਮਾਰ ਕੇ ਮਜ਼ਾਕ ਉਡਾਇਆ ਭਾਈ ਭਗੀਰਥ ਦਾ। ਕਹਿੰਦਾ ਮੈਂ ਵੇਖਿਆ ਸਾਰੇ ਲੁਟੇਰੇ ਤੁਰੇ ਫਿਰਦੇ ਆ, ਧਰਮ ਦੇ ਨਾਂ ਤੇ ਮੰਗਦੇ ਫਿਰਦੇ ਆ। ਹਾਂ ਪੂਰਾ ਕੌਣ ਆ ਇੱਥੇ, ਤੈਨੂੰ ਪਤਾ ਨਹੀਂ ਕਿਹੜਾ ਪੂਰਾ ਲੱਭ ਗਿਆ। ਸਤਿਨਾਮ। ਕਲਯੁਗ ਦੇ ਸਮੇਂ ਪੂਰਾ ਗੁਰੂ ਕਿੱਥੋਂ ਮਿਲ ਜੂ ਤੈਨੂੰ? ਭਾਈ ਭਗੀਰਥ ਚੁੱਪ ਰਿਹਾ, ਪਰ ਮਨਸੁਖ ਹੱਸ ਕੇ ਕਹਿੰਦਾ ਇੱਥੇ ਮਨਸੁਖ ਗਲਤ ਨਹੀਂ ਹੈ। ਉਹਨੇ ਆਪਣੇ ਹਿਸਾਬ ਨਾਲ ਬੜਿਆਂ ਨੂੰ ਪਰਖਿਆ, ਉਹਨੂੰ ਪੂਰਾ ਲੱਭਿਆ ਹੀ ਕੋਈ ਨਹੀਂ। ਬੜੀ ਥਾਂ ਤੇ ਫਿਰਿਆ, ਹਮ ਰੋੜਤੇ ਫਿਰਤੇ, ਕੋਈ ਬਾਤ ਨਾ ਪੁੱਛਦਾ। ਇਹ ਵੀ ਇੱਕ ਅਵਸਥਾ ਹੈ। ਬੜੇ ਲੋਕ ਹੁੰਦੇ ਆ ਜੀ, ਉਹ ਦਰ ਠੋਕਰਾਂ ਖਾਂਦੇ ਫਿਰਦੇ, ਜਿੱਦਣ ਸਿੱਖ ਧਰਮ 'ਚ ਆ ਜਾਂਦੇ ਕਹਿੰਦੇ ਅੱਜ ਤਸੱਲੀ ਹੋਈ। ਜਿਵੇਂ ਸਵਾਮੀ ਦਇਆਨੰਦ ਜੀ ਹੋਏ, ਕਹਿੰਦੇ ਬੜਾ ਕੁਛ ਦੁਨੀਆ ਤੇ ਵੇਖਿਆ, ਬੜਿਆਂ ਧਰਮਾਂ ਦੀ ਖਾਕ ਛਾਣੀ। ਜਿੱਦਣ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕੀਤੇ, ਪਤਾ ਉਦੋਂ ਲੱਗਿਆ ਵੀ ਰੱਬ ਕਿੱਥੇ ਵਸਦਾ। ਮੇਰੇ ਤੇ ਕਰਮਗਾਨ ਸੀ ਜੀ। ਹੁਣ ਮਨਸੁਖ ਦੀ ਗੱਲ ਸੱਚੀ, ਉਹ ਕਹਿੰਦਾ ਕਲਯੁਗ ਦੇ ਸਮੇਂ ਮੈਨੂੰ ਦਿਖਾ ਤੇ ਸਹੀ ਪੂਰਾ ਹੈ ਕੌਣ ਹੈ। ਹਰੇਕ ਬੰਦਾ ਮਾਇਆ ਪਿੱਛੇ ਭੇਖ ਧਾਰੀ ਫਿਰਦਾ ਹੈ, ਧਰਮ 'ਚ ਪਖੰਡ ਹੈ, ਕਿਉਂਕਿ ਉਦੋਂ ਜੋਗੀਆਂ ਦਾ ਜ਼ਮਾਨਾ ਸੀ, ਰਿੱਧੀਆਂ ਸਿੱਧੀਆਂ ਦਾ ਰੌਲਾ ਹੁੰਦਾ ਸੀ, ਹਰ ਪਾਸੇ ਕਰਮਕਾਂਡ ਹੁੰਦੇ ਸੀ। ਮਨਸੁਖ ਦੀ ਦੁਕਾਨ ਤੇ 20 ਆਉਂਦੇ ਸੀ ਧਰਮ ਦੇ ਨਾਂ ਤੇ ਮੰਗਣ ਵਾਸਤੇ, ਖੈਰ ਪਾ ਦੇ, ਫਲਾਣੀ ਵਸਤੂ ਦੇ, ਅੱਜ ਮੰਦਰ 'ਚ ਭੰਡਾਰਾ, ਅੱਜ ਫਲਾਣੀ ਚੀਜ਼ ਹੈ। ਉਹ ਜਾਣਦਾ ਸੀ ਵੀ ਇਹ ਲੋਕ ਚੀਜ਼ਾਂ ਇਕੱਠੀਆਂ ਕਰਕੇ ਸਾਡੇ ਕੋਲ ਹੀ ਆਉਂਦੇ ਆ, ਆਉਣਾ ਇੱਥੇ ਹੀ ਹੈ। ਸ਼ਰਧਾ ਸ਼ੁਰਧਾ ਘੱਟ ਸੀ, ਪਰ ਉਹ ਸ਼ਰਧਾ ਰੱਖਦਾ ਸੀ ਮੈਨੂੰ ਕਲਯੁਗ ਵਿੱਚ ਕੋਈ ਪੂਰਾ ਲੱਭੇ ਹੀ ਨਹੀਂ, ਇਹਦਾ ਮਤਲਬ ਹੈ ਹੀ ਨਹੀਂ। ਕਦੇ ਬੰਦਾ ਇੰਨਾ ਫੈਡਅਪ ਹੋ ਜਾਂਦਾ ਦੁਨੀਆ ਤੋਂ, ਇੱਕ ਬੰਦਾ ਭਰੋਸਾ ਤੋੜ ਦੇ, ਦੂਜਾ ਤੋੜ ਦੇ, ਉਹ ਕਹਿੰਦਾ ਯਾਰ ਭਰੋਸੇ ਲਾਇਕ ਹੀ ਕੋਈ ਨਹੀਂ, ਕਿਹਦੇ ਕਰਾਂਗੇ। ਭਾਈ ਭਗੀਰਥ ਨੂੰ ਕਹਿੰਦਾ ਨਾ ਇਹਨਾਂ ਚੱਕਰਾਂ 'ਚ ਪੈ, ਤੂੰ ਇੱਕ ਰਾਤ ਰਹਿ, ਦੂਜੀ ਇੱਥੇ ਟੂੜਾ ਲੈ ਕੇ ਆਰਾਮ ਨਾਲ ਜਾਈਂ। ਇਹ ਕਹਿੰਦੇ ਹੁੰਦੇ ਨੇ ਲੋਕ, ਕਲਯੁਗ ਦੇ ਸਮੇਂ 'ਚ ਕੋਈ ਪੂਰਾ ਨਹੀਂ, ਸਭ ਅਧੂਰੇ ਨੇ। ਬਾਣੀ ਲਿਖਦੀ ਆ ਨਾ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਿਆ ਧਰਤੀ ਨਾਲ। ਰੋਟੀ ਦਾ ਹੀ ਮਸਲਾ ਹੈ। ਧਰਮ ਕਮਾਉਣ ਵਾਲਾ ਤੇ ਤੁਹਾਨੂੰ ਕਰੋੜਾਂ 'ਚ ਇੱਕ ਅੱਧਾ ਲੱਭੂਗਾ, ਮੇਰੇ ਵਰਗੇ ਬੜੇ ਮਿਲ ਜਾਣਗੇ। ਜਿਸ ਵੇਲੇ ਇਹ ਬਚਨ ਭਾਈ ਮਨਸੁਖ ਨੇ ਆਖੇ ਵੀ ਕਲਯੁਗ ਘੋਰ ਚੱਲਦਾ ਇੱਥੇ ਤੇ ਰੱਬ ਦਾ ਨਾਮ ਜਪਣ ਵਾਲਾ ਲੱਭਦਾ ਹੀ ਕੋਈ ਨਹੀਂ, ਭਗੀਰਥਾ ਇਹਨਾਂ ਚੱਕਰਾਂ 'ਚ ਨਾ ਪੈ, ਆਪਣਾ ਕੰਮ ਵੇਖ, ਤੇਰੇ ਤੋਂ ਜੋ ਹੁੰਦਾ ਉਹ ਚੂੜਾ ਲੈ ਕੇ ਜਾਈਂ, ਐਵੇਂ ਕਿਸੇ ਤੇ ਭਰੋਸਾ ਜਤਾ ਨਾ। ਓ ਸੁਮਤੇ ਨਹਿ ਕੀਜੈ ਸੰਸਾਰ, ਜਿਸ ਕੀ ਮੈਂ ਭਾਖਤ ਸੋ ਪਰ ਸੰਸਾਰ। ਆਖਣ ਲੱਗਿਆ ਮੇਰੇ ਹਿਸਾਬ ਨਾਲ
ਵੀ ਤੂੰ ਭਰਮ ਚ ਪਿਆ ਹੋਇਆ ਭਗੀਰਥਾ, ਇੱਥੇ ਕੋਈ ਸਾਧੂ ਪੂਰਾ ਨਹੀਂ, ਕੋਈ ਰੱਬ ਰੂਪ ਨਹੀਂ ਹੈ ਇੱਥੇ, ਦੁਨੀਆ ਨੇ ਭੇਖ ਧਾਰੇ ਹੋਇਆ। ਉਹ ਆਪਣੀ ਭਾਵਨਾ ਚ ਕਹਿੰਦਾ ਸੀ, ਕਿਉਂਕਿ ਭਾਈ ਮਨਸੁਖ ਨੇ ਬੜਿਆਂ ਦੀ ਖਾਕ ਛਾਣੀ, ਬੜਿਆਂ ਨੂੰ ਕਿਹਾ ਮੈਨੂੰ ਰੱਬ ਨਾਲ ਮਿਲਾ ਦਿਓ। ਕੋਈ ਕਹਿੰਦਾ ਸੀ 10 ਰੁਪਏ ਦੇ ਦੇ, 20 ਦੇ ਦੇ, 50 ਦੇ ਦੇ, ਸੇਵਾ ਕਰ ਲਾ, ਨਹੀਂ ਮਿਲਿਆ। ਕੋਸ਼ਿਸ਼ ਕਰਦਾ ਸੀ ਕਿਤੇ ਨਾ ਕਿਤੇ, ਇਸ ਕਰਕੇ ਉਹਦਾ ਯਕੀਨ ਉੱਠ ਗਿਆ ਲੋਕਾਂ ਤੋਂ। ਕਹਿੰਦਾ ਸਾਰੇ ਮੰਗ ਖਾਣ ਵਾਲੇ ਆ, ਇੱਥੇ ਕਿਹੜਾ ਰੱਬ ਵਾਲਾ। ਭਗੀਰਥਾ ਰਹਿਣ ਦੇ ਚੱਕਰਾਂ ਚ ਨਾ ਪੈ। ਭਾਈ ਭਗੀਰਥ ਕਹਿੰਦੇ ਉਹ ਸ੍ਰੇਸ਼ਟ ਮਤ ਵਾਲਿਆ, ਜ਼ਰੂਰੀ ਨਹੀਂ ਹੁੰਦਾ ਵੀ ਜੋ ਕੁਝ ਤੇਰੇ ਨਾਲ ਹੋਇਆ ਉਹ ਸਭ ਨਾਲ ਹੋਇਆ ਹੋਵੇ। ਜ਼ਰੂਰੀ ਥੋੜੀ ਹੈ। ਇੱਕ ਬੰਦੇ ਨੂੰ ਜ਼ਿੰਦਗੀ 'ਚ ਘਾਟੇ ਪਏ ਹੁਣ ਲੱਖਾਂ, ਉਹ ਆਖੇ ਜੀ ਜ਼ਿੰਦਗੀ ਘਾਟਿਆਂ ਦੀ ਦੁਕਾਨ ਹੈ, ਚ ਹੈ ਕੁਛ ਨਹੀਂ। ਨਹੀਂ, ਇੱਕ ਉਹ ਵੀ ਹੈ ਜਿਹਨੇ ਕਰੋੜਾਂ ਕਮਾ ਲਿਆ, ਉਹ ਕਹਿੰਦਾ ਜ਼ਿੰਦਗੀ ਦੇ ਨਜ਼ਾਰੇ ਬੜੇ। ਉਹਨਾਂ 'ਚ ਫਰਕ ਆ। ਇੱਕ ਦੁਖੀ ਹੈ ਰੱਬ ਘਰ ਆ ਕੇ ਵੀ, ਇੱਕ ਰੱਬ ਘਰ ਆ ਕੇ ਸੁਖੀ ਹੈ। ਆਪਣੀ ਆਪਣੀ ਅਵਸਥਾ ਹੈ, ਆਪਣਾ ਆਪਣਾ ਜੀਵਨ ਹੈ। ਇਹ ਜ਼ਰੂਰੀ ਨਹੀਂ ਹੈ ਵੀ ਜੋ ਦੁੱਖ ਮੇਰੇ ਕੋਲ ਨੇ ਸਾਰੇ ਲੋਕ ਉਹੀ ਭੋਗਦੇ ਹੋਣਗੇ, ਤੇ ਜੋ ਮੈਨੂੰ ਮਰਦ ਨੇ ਦੇਤਾ ਸਾਰਿਆਂ ਕੋਲ ਉਹੀ ਹੋਣਾ। ਨਹੀਂ, ਲੱਗ ਲੱਗ ਹੈ ਸਭ ਕੁਛ। ਜਦੋਂ ਭਾਈ ਮਨਸੁਖ ਨੇ ਬਚਨ ਆਖੇ, ਭਾਈ ਭਗੀਰਥ ਜੀ ਉਹਨਾਂ ਦਾ ਬਚਨ ਮੋੜ ਕੇ ਆਖਣ ਲੱਗੇ, ਕਹਿੰਦੇ ਪਿਆਰਿਆ ਇਹ 'ਚ ਮੈਂ ਤੇਰਾ ਕਸੂਰ ਵੀ ਨਹੀਂ ਕਹਾਂਗਾ। ਅੱਜ ਦੇ ਸਮੇਂ ਕੋਈ ਇਹੋ ਜਿਹੀ ਗੱਲ ਕਰੇ, ਅਸੀਂ ਉਹਦੀ ਅਵਸਥਾ ਨਹੀਂ ਵੇਖਣੀ, ਲੜ ਪੈਣਾ। ਉਹ ਤੈਨੂੰ ਕੱਖ ਦਾ ਪਤਾ ਹੈ, ਵੱਡਾ ਧਰਮੀ ਬਣਿਆ ਫਿਰਦਾ, ਤੇਰੇ ਕੋਲ ਹੈ ਕੀ ਆ? ਨਾ ਤੂੰ ਨਹਾਵੇਂ, ਨਾ ਉੱਠੇ, ਨਾ ਪਾਠ ਕਰੇ। ਕਿਉਂ ਬੋਲਿਆ? ਕਿਉਂਕਿ ਮੈਂ ਸਵੇਰੇ ਉੱਠ ਕੇ ਪਾਠ ਕਰਦਾ, ਮੈਂ ਸਵੇਰੇ ਉੱਠ ਕੇ ਫਲਾਣੇ ਗੁਰਦੁਆਰੇ ਜਾਂਦਾ, ਤੂੰ ਨਹੀਂ ਜਾਂਦਾ, ਤਾਂ ਮਤਲਬ ਤੂੰ ਪਾਪੀ ਆ ਤੇ ਮੈਂ ਪੁੰਨੀ ਆ। ਹਉਮੈ ਖੜੀ ਜਾਣਾ ਕਿਤੇ ਨਾ ਕਿਤੇ। ਭਾਈ ਭਗੀਰਥ ਆਖਣ ਲੱਗੇ, ਉਹ ਪ੍ਰੇਮੀਆਂ ਤੂੰ ਜੋ ਕਹਿਣਾ ਇਹ ਸੱਚ ਹੈ। ਕਿੱਡੀ ਸੋਹਣੀ ਗੱਲ ਕੀਤੀ ਕਿ ਤੂੰ ਜੋ ਕਿਹਾ ਇਹ ਸੱਚ ਹੈ। ਕਲਯੁਗ ਦਾ ਸਮਾਂ, ਇਹ ਤੇ ਬਾਣੀ ਵੀ ਕਹਿੰਦੀ ਹੈ ਭਾਈ ਕਲਯੁਗ ਹੈ, ਇੱਥੇ ਧਰਮ ਨਾਮ ਦੀ ਚੀਜ਼ ਨਹੀਂ ਲੱਭਦੀ ਕਿਤੇ, ਸੱਚ ਨਹੀਂ ਲੱਭਦਾ ਕਿਤੇ। ਜਿੱਥੇ ਵੇਖੋ ਝੂਠ ਹੀ ਝੂਠ, ਜਿੱਥੇ ਵੇਖੋ ਮਾੜੇ ਕਰਮ ਹੀ ਕਰਮ। ਸਰਮ ਧਰਮ ਤੋਂ ਛੱਪ ਖਲੋਏ ਕੂੜ ਫਿਰੈ, ਪ੍ਰਧਾਨ ਵੇਲਾ ਤੇ ਪ੍ਰਧਾਨ ਆ ਝੂਠ ਕਰੇ। ਫਿਰ ਧਰਮ ਦਾ ਢਾਉ ਕਰਨ ਵਾਲੇ ਤੇ ਬੜੇ ਮਿਲ ਜਾਣਗੇ। ਬਾਣੀ ਨੇ ਬੜੇ ਬਚਨ ਲਿਖੇ ਨੇ ਪਖੰਡ ਖੋਲਣ ਵਾਲੇ। ਜਦੋਂ ਭਾਈ ਭਗੀਰਥ ਨੇ ਦਿਲਾਸਾ ਦਿੱਤਾ, ਮਨਸੁਖ ਜੀ ਤੁਸੀਂ ਆਪਣੀ ਥਾਂ ਤੇ ਸਹੀ ਹੋ, ਕਿਉਂਕਿ ਕਦੇ ਮੈਂ ਵੀ ਤੁਹਾਡੇ ਵਾਂਗ ਹੀ ਸੋਚਦਾ ਸੀ। ਆਖੋ ਸਤਿਨਾਮ। ਵੀ ਦੁਨੀਆ ਤੇ ਰੱਬ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ, ਪਰ ਰੱਬ ਨੂੰ ਮਿਲਾਉਣ ਵਾਲਾ ਹੈ ਹੀ ਕੋਈ ਨਹੀਂ। ਮੇਰਾ ਵੀ ਇੱਕ ਭਰਮ ਸੀ, ਜਿਸ ਮੇ ਧਰੋ ਜੇ ਸ਼ਰਧਾ ਪੂਰੀ, ਜਗਤ ਕੋ ਬੰਧਨ ਹਰ ਹੈ ਦੂਰੀ। ਮੇਰੇ ਸਤਿਗੁਰੂ ਆਪ ਪਰਮੇਸ਼ਰ ਨੇ ਭਾਈ ਭਗੀਰਥ ਆਖਣ ਲੱਗੇ, ਪਰ ਕਹਿੰਦੇ ਉਹ ਦਿਖਾਵਾ ਨਹੀਂ ਕਰਦੇ, ਜ਼ਾਹਰ ਨਹੀਂ ਕਰਦੇ। ਦੁਨੀਆ ਦੇ ਵਿੱਚ ਐਡੀ ਸਮਰੱਥਾ ਰੱਖਦੇ ਆ, ਜੱਗ ਦੇ ਬੰਧਨ ਕੱਟ ਦਿੰਦੇ ਨੇ। ਆਖੋ ਸਤਿਨਾਮ। ਪੂਰਾ ਗੁਰੂ ਆ ਮੇਰਾ। ਮਨਸੁਖ ਨੂੰ ਭਰੋਸਾ ਨਹੀਂ ਹੋਇਆ, ਕਿਤੇ ਨਾ ਕਿਤੇ ਤਲਬ ਸੀ। ਉਹ ਪੁੱਛਦਾ ਹੁੰਦਾ ਸੀ, ਮੈਨੂੰ ਕਿਤੇ ਰੱਬ ਨਾਲ ਮਿਲਾ ਦਿਓ, ਮੈਨੂੰ ਕੋਈ ਐਸਾ ਸਾਧੂ ਦੱਸ ਦਿਓ ਭਾਈ ਜਿਹੜਾ ਅੰਦਰੋਂ ਪੂਰਾ ਹੋਵੇ। ਹੁਣ ਇਹਨੇ ਮਾੜੀ ਮੋਟੀ ਭਗਤੀ ਕੀਤੀ ਸੀ, ਪਤਾ ਲੱਗ ਜਾਂਦਾ ਸੀ ਇਹਨੂੰ ਵੀ ਇਹ ਬੰਦੇ ਦੀ ਭਗਤੀ ਹੈ ਜਾਂ ਦਿਖਾਵੇ ਕਰਦਾ, ਇਹ ਪਤਾ ਲੱਗ ਹੀ ਜਾਂਦਾ। ਜਦੋਂ ਭਾਈ ਭਗੀਰਥ ਨੇ ਸਤਿਗੁਰਾਂ ਦੇ ਪਿਆਰ 'ਚ ਭਿੱਜ ਕੇ ਆਖਿਆ ਵੀ ਮੇਰਾ ਗੁਰੂ ਸਰਬ ਕਲਾ ਸਮਰੱਥ ਹੈ, ਭਾਈ ਮਨਸੁਖ ਨੇ ਟਿਚਣ ਛੱਡ ਕੇ ਬੜੇ ਧਿਆਨ ਨਾਲ ਗੱਲ ਸੁਣੀ। ਵੀ ਦੇਖੀ ਕਿਤੇ ਮਨਾ ਹਾਸੇ ਮਜ਼ਾਕ ਦੇ ਵਿੱਚ ਮੈਂ ਸੱਜਣ ਨਾ ਗਵਾਣਾ। ਆਖੋ ਸਤਿਨਾਮ। ਕਿਤੇ ਐਸਾ ਨਾ ਹੋਵੇ ਅੱਜ ਮੇਰੇ ਕਰਮ ਬਦਲਣ ਵਾਸਤੇ ਕੋਈ ਆਇਆ ਹੋਵੇ, ਮੈਂ ਆਪਣੀਆਂ ਆਦਤਾਂ ਤੋਂ ਮਜਬੂਰ ਹੋ ਕੇ ਉਹੀ ਕੁਛ ਬੋਲੀ ਜਾਵਾਂ, ਉਹਦੀ ਸੁਣਾ ਕੋਈ। ਭਾਈ ਭਗੀਰਥ ਨੂੰ ਬੜੇ ਕੋਲੇ ਬਿਠਾ ਕੇ ਕਹਿੰਦਾ ਪਿਆਰਿਆ ਸੱਚ ਦੱਸ, ਤੇਰਾ ਗੁਰੂ ਸੱਚੀ ਪੂਰਾ ਹੈ? ਕਹਿੰਦਾ ਹਾਂ। ਮਨਸੁਖ ਅਜੇ ਵੀ ਸੋਚਦੇ ਆ, ਕਿਉਂਕਿ ਹਰ ਚੇਲਾ ਬਾਲਕਾ ਕਹਿੰਦਾ ਮੇਰਾ ਗੁਰੂ ਵੱਡਾ, ਮੇਰਾ ਸੰਤ ਵੱਡਾ, ਮੇਰਾ ਸਾਧ ਵੱਡਾ, ਮੇਰਾ ਬਾਬਾ ਵੱਡਾ। ਹਰ ਇੱਕ ਬੰਦਾ ਹੀ ਸੋਚਦਾ, ਪਰ ਨਾਮ ਜਪਣ ਵਾਲੇ ਕਹਿੰਦੇ ਸਭ ਤੇ ਵੱਡਾ ਸਤਿਗੁਰ, ਕੋਈ ਵੱਡਾ ਨਹੀਂ ਦੁਨੀਆ ਤੇ ਉਸ ਰੱਬ ਨਿਰੰਕਾਰ ਤੋਂ। ਭਾਈ ਭਗੀਰਥ ਕਹਿੰਦੇ ਮੇਰੇ ਪਾਤਸ਼ਾਹ ਬਹੁਤ ਵੱਡੇ ਨੇ, ਜਿਨ੍ਹਾਂ ਨੂੰ ਗਿਣਿਆ ਮਿਣਿਆ ਤੋਲਿਆ ਕਦੇ ਨਾਪਿਆ ਜਾ ਸਕਦਾ ਨਹੀਂ। ਕਲੀ ਕਾਲ ਧਾਰਨ ਕਰਤਾਰ, ਨਿਜ ਸਰੂਪ ਕੀਨੇ ਅਵਤਾਰ। ਉਹ ਕਲਯੁਗ ਦੇ ਸਮੇਂ 'ਚ ਤੁਸੀਂ ਕਿਹਾ ਨਾ ਕਲਯੁਗ ਘੋਰ ਹੈ, ਕਹਿੰਦੇ ਮੈਂ ਮੰਨਦਾ, ਪਰ ਇਸ ਕਲਯੁਗ ਨੂੰ ਬਣਾਉਣ ਵਾਲਾ, ਸਾਜਣ ਵਾਲਾ ਕਰਤਾਰ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਆਪ ਇਸ ਕਲਯੁਗ ਦੇ ਸਮੇਂ ਅਵਤਾਰ ਧਾਰਨ ਕਰਕੇ ਆਏ ਨੇ। ਜੋ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਉਹਨਾਂ ਦੀ ਤੇ ਪੂਜਾ ਵੀ ਕਲਯੁਗ ਕਰਦਾ। ਆਖੋ ਸਤਿਨਾਮ। ਮੇਰਾ ਸਤਿਗੁਰ ਬੜਾ ਡਾਢਾ ਹੈ। ਭਾਈ ਮਨਸੁਖ ਦੇ ਮਨ 'ਚ ਚਾਹਤ ਬਣੀ ਕਿ ਸੱਚਮੁੱਚ ਪੂਰਾ ਤੇ ਪਰਖ ਕੇ ਵੇਖਾਂ। ਬੜਿਆਂ ਨੂੰ ਪਰਖਿਆ ਅੱਗੇ, ਬੜੇ ਕੱਚੇ ਨਿਕਲਦੇ ਰਹੇ ਨੇ, ਕਿਸੇ ਨੇ ਰੱਬ ਮਿਲਾਇਆ ਹੀ ਨਹੀਂ, ਅੰਦਰ ਨੂੰ ਸ਼ਾਂਤੀ ਮਿਲੀ ਨਹੀਂ। ਸੋ ਸਮਾਂ ਸਮਾਪਤ ਹੋ ਗਿਆ ਜੀ।
ਜਿਵੇਂ ਜਿਵੇਂ ਵਰਤ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ ਅਗਲੀ ਕਥਾ ਦਾ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।